कि ਸਮਿਆਂ ਦੀਆਂ ਸਰਕਾਰਾਂ ਕੁਦਰਤੀ ਆਫਤਾਂ ਅੱਗੇ ਗੋਡੇ ਕਿਉਂ ਟੇਕ ਦਿੰਦੀਆਂ हैं। ਕੀ ਸੈਂਟਰ 1000 ਕਰੋੜ ਦਾ ਰਿਲੀਫ ਪੈਕੇਜ ਦੇਣ ਨੂੰ ਤਿਆਰ ਹੈ? ਪਹਿਲਾ ਸਵਾਲ ਹਾਂ ਜਾਂ ਨਾ। ਜੇ ਨਹੀਂ ਹੈ ਤੇ ਫਿਰ ਕਿੰਨੇ ਪੈਸੇ ਦਾ ਪੈਕੇਜ ਸੈਂਟਰ ਦੀ ਸਰਕਾਰ ਦੇਣ ਨੂੰ ਰੈਡੀ ਹੈ? ਦੂਜਾ, ਕਦੋਂ ਤੱਕ ਦੋਗੇ? ਕੋਈ ਵੀ ਅਜਿਹੇ ਪ੍ਰਬੰਧ ਨਹੀਂ ਕੀਤੇ ਹੈਗੇ ਕਿ ਜਿੰਨਾ ਕਰਕੇ ਜੇ ਪਾਣੀ ਜ਼ਿਆਦਾ ਆ ਵੀ ਜਾਵੇ ਤਾਂ ਉਹਨਾਂ ਦੀ ਨਿਕਾਸੀ ਹੋ ਜਾਵੇ। ਖੇਲੜੀਆਂ ਜਿੰਨਾ ਹੁਣ ਪਾਣੀ ਉਹਨਾਂ ਨੂੰ ਵਾਰਨਿੰਗ ਦਿੱਤੀ ਨਹੀਂ ਗਈ, 4-5 ਦਿਨ ਬਾਹਰ ਨਿਕਲ ਆਓ, ਆਪਣੀ ਤੂੜੀ ਮਾਲ ਮਵੇਸ਼ ਕੱਢ ਲੈਂਦੇ। ਜਦੋਂ ਹੁਣ ਮੌਕੇ ਤੇ ਆ ਕੇ ਪਾਣੀ ਵੱਧ ਗਿਆ, ਫਿਰ ਗੇਟ ਖੋਲਣੇ ਪਏ ਆ, ਤਾਂ ਸਰਕਾਰ ਦੀ ਕੋਈ ਮੈਨੇਜਮੈਂਟ ਹੀ ਨਹੀਂ ਹੈਗੀ। ਕੁਦਰਤੀ ਆਫਤ ਕਹਿ ਕੇ ਛੁਟਕਾਰਾ ਕਰ ਲਿਆ ਜਾਂਦਾ। ਮੈਂ ਸਮਝਦਾ ਵੀ ਇਹ ਠੀਕ ਹੈ, ਕੁਦਰਤ ਆਪਣੇ ਰੰਗ ਦਿਖਾ ਰਹੀ ਹੈ, ਪਰ ਇਹ ਮੈਨ ਮੇਡ ਆਫਤ ਵੀ ਹੈ, ਆਦਮੀ ਵੱਲੋਂ ਬਣਾਈ ਗਈ ਆਫਤ। समस्या क्या ही है कि आप सिर्फ एक एडवर्टाइजमेंट विश्वास कर लिया, ढोल ढमकिया वोटा लगा के आप सिर्फ लोगों को दसते पे कि आप यह कर देता वो कर देता, पर जमीनी हकीकत है कि जमीन से कोई भी काम नहीं हो रहा। देश के अंदर 33% फॉरेस्ट चाहिए, जंगल चाहिए एक टैंपरेचर नूं लैवल रखने लई, ताकि टैंपरेचर बहुत उच्चा ना जाए, तो एक ਜਿਹੜੇ ਮੌਨਸੂਨ ਆ ਉਹ ਆਪਣੇ ਨੋਰਮਲ ਢੰਗ ਦੇ ਨਾਲ ਇੱਥੇ ਬਿਹੇਵ ਕਰ। ਉਹਦੇ ਨਾਲ ਜਦੋਂ ਤੁਸੀਂ ਇਹ ਸਾਰੀ ਚੀਜ਼ ਨਹੀਂ, ਇਸ ਵੇਲੇ 22% ਹੈਗਾ ਤੁਹਾਡੇ ਕੋਲ ਜੰਗਲ ਪੰਜਾਬ ਦੇ ਅੰਦਰ। ਮੈਂ ਹੈਰਾਨ ਆ ਕਿ ਤੁਹਾਨੂੰ ਪਤਾ ਜੰਗਲ ਕਿੰਨਾ ਹੈ, 4.25% ਵੀ ਨਹੀਂ ਹੈ, 3.5% ਦੇ ਕਰੀਬ, ਜਿੱਥੇ 33% ਚਾਹੀਦੇ ਆ। ਤਬਾਹੀਆਂ ਨਹੀਂ ਹੋਣਗੀਆਂ ਤੇ ਹੋਰ ਕੀ ਉਹਨੇ ਛੱਡਿਆ ਹੀ ਕੁਛ ਨਹੀਂ, ਅਸੀਂ ਕੋਈ ਇੰਚ ਛੱਡਿਆ ਜਿੱਥੇ ਅਸੀਂ ਨਹੀਂ ਖਿਲਵਾੜ ਕਰਦੇ। ਪਟਿਆਲਾ ਸ਼ਹਿਰ ਉਹਦਾ ਲਗਭਗ ਅੱਧਾ ਹਿੱਸਾ ਪਾਣੀ ਦੇ ਵਿੱਚ ਹੈ ਇਸ ਟਾਈਮ। ਜਿਹੜਾ ਸਭ ਤੋਂ ਵੈਲ ਪਲਾਨਡ ਏਰੀਆ ਹੈ, ਜਿਹਨੂੰ ਅਰਬਨ ਸਟੇਟ ਕਹਿੰਦੇ ਨੇ, ਉਹ ਪੂਰੀ ਤਰ੍ਹਾਂ ਪਾਣੀ ਦੇ ਵਿੱਚ ਹੈ, 5-5 6-6 ਫੁੱਟ। ਆਮ ਆਦਮੀ ਪਾਰਟੀ ਦੀ ਸਰਕਾਰ ਉਹ ਸਰਕਾਰ ਹੈ ਜਿਹੜੀ ਪੰਜਾਬ ਦੇ ਹੱਕਾਂ ਤੇ ਸੋ ਰਹੀ ਹੈ। ਸੱਤੂ ਸਾਹਿਬ ਕਿ ਕੇਜਰੀਵਾਲ ਸਾਹਿਬ ਨੇ ਦਿੱਲੀ ਦੇ ਵਿੱਚ ਆਲਰੇਡੀ ਕਹਿਤਾ ਹੈ, ਕਹਿੰਦੇ ਦਿੱਲੀ ਦਾ ਜਿਹੜਾ ਸਿਸਟਮ ਹੈ ਉਹ ਤਿਆਰ ਨਹੀਂ ਹੈ ਇਹ ਜੇ ਮੀਂਹ ਦਾ ਮੁਕਾਬਲਾ ਕਰਨ ਲਈ। ਕੈਪੇਬਿਲਿਟੀ मतलब कि ਸਾਡੇ ਸਿਸਟਮ ਦੇ ਵਿੱਚ ਹੈ ਨਹੀਂ। ਇਹ ਆਪਦੇ ਹੱਥ ਆਲਰੇਡੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਖੜੇ ਕਰਦੇ ਦਿੱਲੀ ਦੇ ਵਿੱਚ। ਕਿ ਜਦੋਂ ਆਪਾਂ ਫੰਡਸ ਮੁਹੱਈਆ ਕਰਨ ਦੀ ਗੱਲ ਕਰਦੇ ਹਾਂ, ਤਾਂ ਜਦੋਂ ਫੌਰੀ ਜ਼ਰੂਰਤ ਹੈਗੀ ਹੈ ਕਿ ਕੇਂਦਰ ਫੰਡ ਮੁਹੱਈਆ ਕਰੇਗਾ ਜਾਂ ਨਹੀਂ ਕਰੇਗਾ, ਜੇ ਨਹੀਂ ਕਰੇਗਾ ਤਾਂ ਕਿਉਂ ਨਹੀਂ ਕਰੇਗਾ ਆਪਾਂ ਕਹਿੰਦੇ ਹਾਂ, ਪਰ ਇਹਦੇ ਨਾਲ ਅਮਲ ਕਿਸ ਤਰ੍ਹਾਂ ਹੋਏਗਾ। ਬੀਜੇਪੀ ਨੇ ਮਤਰੇਈ ਮਾਲ ਦਾ ਸਲੂਕ ਪੰਜਾਬ ਦੇ ਨਾਲ ਹਮੇਸ਼ਾ ਤੋਂ ਕੀਤਾ, ਚਾਹੇ ਸਾਡੇ ਐਨਐਚਐਮ ਦੇ ਫੰਡ ਰੋਕਣਾ ਹੋਵੇ, ਆਰਡੀਐਫ ਦੇ ਫੰਡ ਰੋਕਣਾ ਹੋਵੇ। 45000 ਕਰੋੜ ਦਾ ਪੈਕੇਜ ਤੁਸੀਂ ਦਵਾਂਗੇ, ਉਹ ਨਹੀਂ ਦਿੱਤਾ, 45 ਪੇ ਨਹੀਂ ਦਿੱਤੇ। ਮੈਂ ਤਾਂ ਕਹਿੰਦਾ ਕੋਈ ਪਾਰਟੀ ਨੂੰ ਵੀ ਆਪਣੀ ਨੂੰ ਕੋਈ ਨਹੀਂ ਸਮਝਦਾ, ਨਹੀਂ ਤਾਂ ਪਾਰਟੀ ਨੂੰ ਮਾਂ ਵਾਂਗੂ ਸਮਝਦੇ ਸੀ, ਦੇਸ਼ ਨੂੰ ਤਾਂ ਕੀ ਸਮਝਣਾ। ਉਹ ਤਾਂ ਪਾਰਟੀ ਦੂਏ ਦਿਨ ਬਦਲ ਕੇ ਆਓ ਮਾਰਦੇ, ਜਿਵੇਂ ਕੋਟ ਵੀ ਨਹੀਂ ਬਦਲ, ਕੋਟ ਬਦਲਦੇ ਵੀ ਬੰਦਾ ਸੋ ਲੱਗਦਾ ਯਾਰ ਮੇਰਾ 5-4000 ਰੁਪਇਆ ਖਰਚਾ ਆ, ਮੈਂ ਨਾ ਬਦਲਾਂ। ਘੱਗਰ ਦਰਿਆ ਦੇਖੋ ਦੋਨਾਂ ਰਾਜਾਂ ਦੇ ਵਿਚਕਾਰ ਇੱਕ ਤਕਰੀਬਨ ਸਾਂਝਾ ਹੀ ਵਗਦਾ ਹੈ, ਕਦੇ ਉਧਰ ਜਿਹੜਾ ਹੈਗਾ ਨੁਕਸਾਨ ਦੋਨਾਂ ਰਾਜਾਂ ਦਾ ਹੁੰਦਾ ਹੈ। ਇਸ ਮਾਮਲੇ ਤੇ ਦੋਨੇ ਰਾਜਾਂ ਦੀ ਵੀ ਕੋਈ ਪਲੈਨਿੰਗ ਨਹੀਂ ਬਣ ਸਕਦੀ ਆਪਸ ਵਿੱਚ। ਨੁਕਸਾਨ ਹਰਿਆਣੇ ਦਾ ਵੀ ਹੁੰਦਾ, ਨੁਕਸਾਨ ਪੰਜਾਬ ਦਾ ਹੀ ਹੁੰਦਾ। ਇਹ ਕਿਸ ਤਰ੍ਹਾਂ ਦੇ ਇੰਤਜ਼ਾਮਾਤ ਹੈ? ਨਜ਼ਰੀਆ ਦੀ ਡਿਬੇਟ ਜਗਤਾਰ ਸਿੰਘ ਸਿੱਧੂ ਵੱਲੋਂ। ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਪਿਛਲੇ ਕੁਝ ਦਿਨਾਂ ਤੋਂ ਹੋ ਰਹੀ ਭਾਰੀ ਬਾਰਿਸ਼, ਨਦੀਆਂ ਤੇ ਨਾਲਾਂ ਦੇ ਅੰਦਰ ਪਾਣੀ ਦਾ ਵਧ ਰਿਹਾ ਵਹਾਅ, ਉਸ ਕਾਰਨ ਉੱਤਰੀ ਭਾਰਤ ਦੀ ਆਪਾਂ ਗੱਲ ਕਰੀਏ, ਚਾਹੇ ਪੰਜਾਬ ਹੋਵੇ, ਹਰਿਆਣਾ ਹੋਵੇ, ਹਿਮਾਚਲ ਹੋਵੇ, ਉੱਤਰਾਖੰਡ ਹੋਵੇ, ਵੱਡੀ ਪੱਧਰ ਤੇ ਬਾਰਿਸ਼ ਦੇ ਹੜ੍ਹ ਕਾਰਨ ਜਾਇਦਾਦ ਫਸਲਾਂ ਦਾ ਨੁਕਸਾਨ, ਕਈ ਥਾਵਾਂ ਤੇ ਜਾਨੀ ਨੁਕਸਾਨ। ਆਪਾਂ ਪੰਜਾਬ ਦਾ ਜ਼ਿਕਰ ਕਰਦੇ ਹਾਂ, ਸੈਂਕੜੇ ਏਕੜ ਫਸਲਾਂ ਇਸ ਵੇਲੇ ਪਾਣੀ 'ਚ ਡੁੱਬੀਆਂ ਹੋਈਆਂ। ਸਥਿਤੀ ਕਦਰ ਇਸ ਤਰ੍ਹਾਂ ਬਣੀ ਹੋਈ ਹੈ ਕਿ ਪਟਿਆਲਾ ਤੇ ਚੰਡੀਗੜ੍ਹ ਜਿਹੜਾ ਰਾਸ਼ਟਰੀ ਮਾਰਗ ਹੈ ਉਸ ਦਾ ਲਿੰਕ ਵੀ ਟੁੱਟਿਆ ਹੋਇਆ ਹੈ। ਕਈ ਹੋਰ ਥਾਵਾਂ ਤੇ ਨਦੀਆਂ ਤੇ ਨਾਲਿਆਂ 'ਚ ਪਾੜ ਪਏ ਹੋਏ, ਨਹਿਰਾਂ ਟੁੱਟੀਆਂ ਹੋਈਆਂ। ਮੌਕੇ ਦੇ ਉੱਤੇ ਇੰਤਜ਼ਾਮ ਕਰਨ ਦੇ ਯਤਨ ਜ਼ਰੂਰ ਕੀਤੇ ਜਾ ਰਹੇ ਹੈ, ਪਰ ਕਿਧਰੇ ਸਾਧਨਾਂ ਦੀ ਘਾਟ ਤੇ ਬੇਮੌਕੇ ਦੀਆਂ ਟੱਕਰਾਂ
ਉਹ ਵੀ ਸਾਹਮਣੇ ਨਜ਼ਰ ਆ ਰਹੀਆਂ। ਆਖਰ ਵੱਡਾ ਸਵਾਲ ਇਹ ਪੈਦਾ ਹੁੰਦਾ ਹੈ ਕਿ ਸਮਿਆਂ ਦੀਆਂ ਸਰਕਾਰਾਂ ਕੁਦਰਤੀ ਆਫਤਾਂ ਅੱਗੇ ਗੋਡੇ ਕਿਉਂ ਟੇਕ ਦਿੰਦੀਆਂ? ਚਾਹੇ ਕਰੋਨਾ ਦੀ ਮਹਾਮਾਰੀ ਹੋਵੇ ਤੇ ਚਾਹੇ ਮੌਨਸੂਨ ਦੀ ਬਾਰਿਸ਼ ਹੋਵੇ, ਜਦੋਂ ਹੀ ਵਿਪਤਾ ਸਿਰ 'ਤੇ ਪੈਂਦੀ ਹੈ ਤਾਂ ਉਸ ਵੇਲੇ ਚਾਹੇ ਮੰਤਰੀ ਹੋਣ, ਵਿਧਾਇਕ ਹੋਣ, ਅਧਿਕਾਰੀ ਹੋਣ, ਮੈਦਾਨ 'ਚ ਨਿਕਲਦੇ ਅਤੇ ਲੋਕਾਂ ਦੇ ਲਈ ਰਾਹਤ ਦੀ ਗੱਲ ਕਰਦੇ ਹੈ। ਆਖਰ ਇਹ ਇੰਤਜ਼ਾਮ ਸਮੇਂ ਰਹਿੰਦਿਆਂ ਕਿਉਂ ਨਹੀਂ ਹੁੰਦੇ? ਇੱਕ ਸਵਾਲ, ਪੰਜਾਬ ਤੇ ਹਰਿਆਣਾ 'ਚ ਜਿਸ ਕਦਰ ਆਪਸ 'ਚ ਜਿਨ੍ਹਾਂ ਮੁੱਦਿਆਂ 'ਤੇ ਟਕਰਾਅ ਤਾਂ ਪਹਿਲਾਂ ਬਣਿਆ ਹੋਏ ਸੀ, ਦੋਹਾਂ ਦਾ ਹੜ੍ਹਾਂ ਦੇ ਪ੍ਰਬੰਧਾਂ ਨੂੰ ਲੈ ਕੇ, ਬਚਾਅ ਨੂੰ ਲੈ ਕੇ ਕੋਈ ਸਾਂਝਾ ਤਾਲਮੇਲ ਨਹੀਂ ਹੈ। ਇਸ ਤੋਂ ਵੀ ਅਗਲੀ ਗੱਲ, ਇਹ ਤਾਂ ਚਲੋ ਘੱਗਰ ਦਰਿਆ ਦੀ ਗੱਲ ਸੀ, ਇਸ ਤੋਂ ਅਗਲੀ ਗੱਲ ਪੰਜਾਬ ਤੇ ਕੇਂਦਰ ਰਾਹਤ ਦੇ ਮਾਮਲਿਆਂ ਨੂੰ ਲੈ ਕੇ, ਫੰਡਾਂ ਦੀ ਅਦਾਇਗੀ ਦੇ ਮਾਮਲਿਆਂ ਨੂੰ ਲੈ ਕੇ ਜਿਸ ਕਦਰ ਟਕਰਾਅ ਬਣਿਆ ਹੋਇਆ ਹੈ, ਉਸ ਦਾ ਭੁਗਤਾਨ ਵੀ ਪੰਜਾਬੀਆਂ ਨੂੰ ਕਰਨਾ ਪੈ ਰਿਹਾ ਹੈ। ਇਹਨਾਂ ਮੁੱਦਿਆਂ 'ਤੇ ਪੈਨਲ ਚਰਚਾ ਮੇਰੇ ਮਹਿਮਾਨ ਜਿਹੜੇ ਮੇਰੀ ਬੇਨਤੀ ਪ੍ਰਵਾਨ ਕਰਕੇ ਸਾਡੇ ਨਾਲ ਬਣੇ ਹੈ, ਜੁੜੇ ਹੈ, ਆਓ ਆਪਾਂ ਪਹਿਲਾਂ ਉਹਨਾਂ ਨੂੰ ਜੀ ਆਖਦੇ ਹਾਂ। ਸਾਡੇ ਨਾਲ ਰਮਿੰਦਰ ਸਿੰਘ ਜੀ ਨੇ, ਕਿਸਾਨ ਆਗੂ, ਸਰਵਣ ਸਿੰਘ ਪਦੇਰ ਸਾਡੇ ਕਿਸਾਨ ਆਗੂ ਨੇ। ਇਸੇ ਤਰੀਕੇ ਦੇ ਨਾਲ ਭਾਰਤੀ ਜਨਤਾ ਪਾਰਟੀ ਵੱਲੋਂ ਜਿਹੜੇ ਕੇਂਦਰ 'ਚ ਨੁਮਾਇੰਦਗੀ ਕਰਦੀ ਧਿਰ ਹੈ, ਉਸ ਦੇ ਬੁਲਾਰੇ ਸੰਜੇ ਕਪੂਰ ਜੀ ਨੇ। ਪੰਜਾਬ 'ਚ ਮੁੱਖ ਵਿਰੋਧੀ ਧਿਰ ਦੀ ਨੁਮਾਇੰਦਗੀ ਕਰਨ ਵਾਲੀ ਪਾਰਟੀ ਕਾਂਗਰਸ, ਉਸ ਦੇ ਮੁੱਖ ਬੁਲਾਰੇ ਅਰਸ਼ਪ੍ਰੀਤ ਖਡਿਆਲ ਤੇ ਪੰਜਾਬ ਦੇ ਵੱਖ-ਵੱਖ ਮਾਮਲਿਆਂ 'ਤੇ ਜਾਣੀ ਪਹਿਚਾਣੀ ਹਸਤੀ ਤੇ ਰਾਜਸੀ ਵਿਸ਼ਲੇਸ਼ਕ ਪ੍ਰੋਫੈਸਰ ਮਨਜੀਤ ਸਿੰਘ, ਸਾਰੇ ਮਹਿਮਾਨਾਂ ਦਾ ਮੈਂ ਤਹਿ ਦਿਲ ਤੋਂ ਧੰਨਵਾਦ ਕਰਦਾ ਹਾਂ, ਜੀ ਆਖਦਾ ਹਾਂ। ਪੰਦੇਰ ਸਾਹਿਬ, ਪਹਿਲਾ ਸਵਾਲ ਮੈਂ ਤੁਹਾਡੇ ਤੋਂ ਲੈਣ ਲੱਗਿਆ ਹਾਂ। ਬਾਰਿਸ਼ਾਂ ਵੱਡੀ ਪੱਧਰ 'ਤੇ ਹੋਈਆਂ, ਨਦੀਆਂ ਨਾਲਿਆਂ 'ਚ ਪਾਣੀ ਦਾ ਵਹਾਅ ਤੇਜ਼, ਉਹ ਤਾਂ ਕੁਦਰਤੀ ਵਰਤਾਰਾ ਹਾਈ ਹੈ, ਪਰ ਕਿਉਂ ਸਮੇਂ ਦੀਆਂ ਸਰਕਾਰਾਂ ਇਹ ਸਾਰੇ ਸਿਸਟਮ ਦੇ ਅੱਗੇ ਬੇਵਸ ਹੋ ਜਾਂਦੀਆਂ ਤੇ ਕੇਵਲ ਜਿਹੜਾ ਹੈਗਾ ਜ਼ੁਬਾਨੀ ਕਲਾਮੀ ਜਾਂ ਹਾਜ਼ਰੀਆਂ ਲਵਾਉਣ ਦੇ ਲਈ ਹਮਦਰਦੀ ਤੇ ਰਾਹਤ ਕਾਰਵਾਈਆਂ ਤੱਕ ਤੇ ਜਾਂ ਤਸਵੀਰਾਂ ਖਿਚਵਾ ਕੇ ਸਾਡੇ ਵਰਗੇ ਮੀਡੀਆ ਵਰਗੇ ਜਿਹੜੇ ਜਰਨਲਿਸਟ ਹੈਗੇ ਆ ਲੋਕਾਂ ਤੱਕ ਪਹੁੰਚਾਉਣ ਤੱਕ ਇਹ ਮਾਮਲੇ ਸੀਮਿਤ ਰਹਿ ਜਾਂਦੇ ਹੈ। ਕਿਵੇਂ ਦੇਖਦੇ ਹੋ ਇਸ ਵਰਤਾਰੇ ਨੂੰ? ਕੋਈ ਪਹਿਲੀ ਵਾਰ ਨਹੀਂ ਹੈ, ਕੋਈ ਅਚਾਨਕ ਨਹੀਂ, ਕਿ ਇਸ ਤਰ੍ਹਾਂ ਤਾਂ ਹੈ ਨਹੀਂ ਕਿ ਸਰਦੀਆਂ ਦੇ ਵਿੱਚ ਕੋਈ ਹੜ੍ਹ ਆ ਗਏ। ਹੁਣ ਸਭ ਨੂੰ ਪਤਾ ਹੈ ਕਿ ਮੌਨਸੂਨ ਦਾ ਮੌਸਮ ਹੈ, ਇਸ ਦਾ ਟਾਕਰਾ ਜਾਂ ਪ੍ਰਬੰਧ ਪਹਿਲਾਂ ਕਰਨੇ ਚਾਹੀਦੇ ਹੈ। ਤੁਸੀਂ ਤਾਂ ਵੱਡੀ ਪੱਧਰ 'ਤੇ ਕਿਸਾਨਾਂ ਦੀ ਨੁਮਾਇੰਦਗੀ ਕਰਦੇ ਹੋ, ਜ਼ਮੀਨੀ ਹਕੀਕਤਾਂ ਨੂੰ ਜਾਣਦੇ ਹੋ। ਪੰਦੇਰ ਸਾਹਿਬ, ਕਿਵੇਂ ਦੇਖਦੇ ਹੋ ਇਸ ਵਰਤਾਰੇ ਨੂੰ? ਭਾਵੇਂ ਕਿ ਸਰਕਾਰ ਨੂੰ ਅੰਦਾਜ਼ਾ ਸੀਗਾ ਕਿ ਅਰਕੀ ਜਿਵੇਂ ਮੌਸਮ ਵਿਭਾਗ ਦੀਆਂ ਖਬਰਾਂ ਸੀਗੀਆਂ ਤਾਂ ਜ਼ਿਆਦਾ ਹੋਣੀਆਂ, ਕਿ ਇਸ ਵੇਲੇ ਕਰ ਗਿਆ ਅੰਦਾਜ਼ਾ ਹੁੰਦਾ ਵਾ। ਪਰ ਦੁੱਖ ਵਾਲੀ ਗੱਲ ਆ ਵੀ ਸਰਕਾਰ ਨੇ ਸਮਾਂ ਰਹਿਣਾ ਪਹਿਲੋਂ ਕੋਈ ਵੀ ਅਜਿਹੇ ਪ੍ਰਬੰਧ ਨਹੀਂ ਕੀਤੇ ਹੈਗੇ ਕਿ ਜਿੰਨਾ ਕਰਕੇ ਜੇ ਪਾਣੀ ਜ਼ਿਆਦਾ ਆ ਵੀ ਜਾਵੇ ਤਾਂ ਉਹਨਾਂ ਦੀ ਨਿਕਾਸੀ ਹੋ ਜਾਵੇ। ਤੁਸੀਂ ਥਰੂ ਆਊਟ ਪੂਰੇ ਪੰਜਾਬ ਦੇ ਵਿੱਚ ਨਜ਼ਰ ਮਾਰੋ ਤਾਂ ਵੀ ਜਿਹਨੂੰ ਅਸੀਂ ਟ੍ਰੇਨ ਕਹਿੰਦੇ ਅੰਗਰੇਜ਼ੀ ਖੇਤਰ ਬਰਸਾਤੀ ਨਾਲ ਕੇ ਬੋਲੀ ਆਸੂ ਕਹਿ ਦਿੰਦਾ, ਉਹਨਾਂ ਦੇ ਜਾਇਜ਼ੇ ਲਓ ਤੇ ਖਲਾਈ ਦੇ ਕੰਮ ਬਸ ਸ਼ੁਰੂ ਹੋਇਆ। ਕਹਿ ਲਓ 100% ਕੋਈ ਆਇਆ ਨਹੀਂ ਹੈਗਾ ਪੂਰੀ ਜਿਹੜੇ ਕੋ ਨਾਲੇ ਸੀਗੇ ਨਿਕਾਸੂ ਦੇ ਨਿਕਾਸੀ ਹੋਣੀ ਸੀ ਨਾ ਪਾਣੀ ਦੀ, ਉਹਨਾਂ ਦੇ ਕੋਈ ਕੰਮ ਹੋਇਆ ਹੋਵੇ। ਦੇਖੋ ਇਹਨਾਂ ਦੇ ਕਿਤੇ ਸੀਚੇਵਾਲ ਜੀ ਨੇ ਉਹ ਪ੍ਰੈਸ਼ਰ ਪਾਉਂਦੇ ਰਹੇ ਤੇ ਉਹਨਾਂ ਨੇ ਜਿਹੜਾ ਕੰਮ ਸ਼ੁਰੂ ਕੀਤਾ ਉਹ ਜੂਨ ਦੇ ਵਿੱਚ। ਤਾਂ ਤੁਸੀਂ ਦੇਖੋ ਵੀ ਜਿਹੜਾ ਆਪ ਕੰਮ ਸ਼ੁਰੂ ਕਰ ਰਹੇ ਨੇ, ਜਿਹੜੇ ਪੁਲ ਦਾ ਹੁਣ ਰੌਲਾ ਪੈ ਜਿਹੜਾ ਪੋਲਿਆ ਰੇਲਵੇ ਵਾਲਾ, ਉਹ ਆਪ ਲੱਗਣ ਤੋਂ ਬਾਅਦ ਪਿੱਛੇ ਫਿਰ ਜਿਹੜੀ ਆ ਤੁਸੀਂ ਬੰਨ ਟੁੱਟਣ ਕਰਕੇ ਕਿਸਾਨਾਂ ਦੀ ਲੱਖਾਂ ਥਰੂ ਆਊਟ ਪੰਜਾਬ ਚ ਫਸਲਾਂ ਦਾ ਨੁਕਸਾਨ ਹੋ ਗਿਆ। ਤਾਂ ਇਹ 19 ਚ ਵੀ ਵਰਤਾਰਾ ਵਾਪਰਿਆ ਸੀ। ਤਾਂ ਸਰਕਾਰ ਨੇ ਮਤਲਬ ਕਿਸੇ ਕਿਸਮ ਦੀ ਕੋਈ ਉਹਦੀ ਮੈਨੇਜਮੈਂਟ ਨਹੀਂ ਨਜ਼ਰ ਆਈ, ਅਗਾਂਹ ਕੋਈ ਪ੍ਰਬੰਧ ਜਿਹੜੇ ਸਮੇਂ ਸਿਰ ਹੋਣੇ ਚਾਹੀਦੇ ਸੀ ਉਹ ਨਹੀਂ ਆਈ। ਸਰਕਾਰ ਸੀਰੀਅਸ ਹੀ ਨਹੀਂ ਹੈ। ਸਰਕਾਰ ਇਹ ਆ 2-3 ਦਿਨ ਹੋ ਗਏ, ਇਹਦੋਂ ਪਹਿਲਾਂ ਤੁਸੀਂ ਸਾਰਾ ਜਿਹੜਾ ਮੀਡੀਆ ਵਾ ਉਹ ਕਿੱਥੇ ਘੁੰਮ ਰਿਹਾ, ਉਹ ਤਾਂ ਬਸ ਆਪਣੇ ਬੋਲਦੇ, ਕਿਸੇ ਕੋ ਪੈਸੇ ਕਢਾਉਣੇ, ਕੋਈ ਆਂਦਾ ਹੋਰਨਾਂ ਗੱਲਾਂ ਤੇ ਸਾਰੇ ਚੈਨਲ। ਜੇ ਸਰਕਾਰ ਨੂੰ ਸਮੇਂ ਤੋਂ ਪਹਿਲਾਂ
ਪਹਿਲਾਂ ਹਿਮਾਚਲ ਵਿੱਚ ਭਾਰੀ ਬਾਰਿਸ਼ਾਂ ਹੋ ਚੁੱਕੀਆਂ ਸੀ। ਇਹ ਵੀ ਸਾਨੂੰ ਪਤਾ, ਹਿਮਾਚਲ ਜਾਂ ਜੰਮੂ ਜਦੋਂ ਬਾਰਿਸ਼ਾਂ ਹੋਣ ਤਾਂ ਉਹਦਾ ਪਾਣੀ ਪੰਜਾਬ ਦੇ ਦਰਿਆਵਾਂ, ਚਾਹੇ ਰਾਵੀ ਹੋ, ਚਾਹੇ ਸਤਲੁਜ, ਚਾਹੇ ਬਿਆਸ ਹੋਵੇ, ਇਹਨਾਂ 'ਚ ਆਉਣਾ ਹੁੰਦਾ ਵਾ। ਔਰ ਇੱਧਰੋਂ ਜਿਵੇਂ ਹੋਈਆਂ ਤਾਂ ਇਸ ਤੋਂ ਪਹਿਲਾਂ ਕੋਈ ਸਬਕ ਸਿੱਖਦੇ ਤੇ ਕੋਈ ਫੈਸਲੇ ਕਰਦੇ, ਇਹ ਹੋਇਆ ਹੀ ਨਹੀਂ। ਅਸਲ ਵਿੱਚ ਕੀ ਤਰ੍ਹਾਂ ਮਿਸਮੈਨੇਜਮੈਂਟ ਆ, ਅਵੇਸਲੀ ਆ। ਸਰਕਾਰ ਕਿਸੇ ਸੂਬਿਆਂ ਨਾਲ ਆਪਸੀ ਤਾਲਮੇਲ ਨਹੀਂ ਹੈਗੇ। ਇਹ ਕੁਦਰਤੀ ਆਫਤਾਂ ਲਈ ਚਾਹੇ ਕੇਂਦਰ ਹੋਵੇ, ਪੰਜਾਬ ਹੋਵੇ, ਸਾਰਿਆਂ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਦੇਖੋ ਇਹੋ ਜਿਹੀਆਂ ਕੁਦਰਤੀ ਆਫਤਾਂ ਜਿੱਥੇ ਲੋਕਾਂ ਦੇ ਜਾਨ ਦੇ, ਮਾਲ ਦੇ ਨੁਕਸਾਨ ਹੁੰਦੇ ਆ, ਕੀ ਤਬਾਹ ਹੋ ਜਾਂਦੀ ਹੈ। ਅਸੀਂ ਕੰਮ ਕਰ ਰਹੇ ਹਾਂ ਕਰਕੇ, ਇਨਸਾਨ ਤਾਂ ਪਹਿਲੋਂ ਘਾਟੇ ਔਰ ਜਿੱਡੀ ਵੱਡੀ ਮਾਰ ਪੈ ਗਈ ਆ, ਇਹ ਤੋਂ ਉੱਪਰ ਨਾ ਬਹੁਤ ਮੁਸ਼ਕਲ ਹੋਊਗਾ, ਬਹੁਤ ਸਮੱਸਿਆਵਾਂ ਸਾਨੂੰ ਆਉਣਗੀਆਂ। ਇੱਕ ਹੋਰ ਮੈਂ ਗੱਲ ਕਹਿ ਦਿਆਂ ਵੀ ਜਦੋਂ ਇਹ ਵਾਪਰ ਰਿਹਾ, ਤੁਸੀਂ ਹਰੀਕੇ ਹੈੱਡ ਦਾ ਸੁਣੋ, ਉਹ 3-4 ਦਿਨ ਪਹਿਲਾਂ ਸਮਾਂ ਮਿਲ ਗਿਆ ਸੀ, ਉਹਦੇ ਥਿਲੜੀਆਂ ਜ਼ਮੀਨਾਂ ਦਾ ਹੁਣ ਪਾਣੀ ਉਹਨਾਂ ਨੂੰ ਵਾਰਨਿੰਗ ਦਿੱਤੀ ਨਹੀਂ ਗਈ। 4-5 ਦਿਨ ਬਾਹਰ ਨਿਕਲ ਆਓ, ਆਪਣੀ ਤੂੜੀ, ਮਾਲ ਮਵੇਸ਼ੀ ਕੱਢ ਲੈਂਦੇ। ਜਦੋਂ ਹੁਣ ਮੌਕੇ ਤੇ ਆ ਕੇ ਪਾਣੀ ਵੱਧ ਗਿਆ, ਫਿਰ ਗੇਟ ਖੋਲਣੇ ਪਏ ਆ, ਤਾਂ ਸਰਕਾਰ ਦੀ ਕੋਈ ਮੈਨੇਜਮੈਂਟ ਹੀ ਨਹੀਂ ਹੈਗੀ ਸਾਰੇ। ਜੀ ਬੰਦੇਰ ਸਾਹਿਬ, ਤੁਹਾਡਾ ਵਿਊ ਪੁਆਇੰਟ ਆ ਗਿਆ। ਥੈਂਕ ਯੂ ਵੈਰੀ ਮਚ। ਆਪਾਂ ਵੀ ਇਸ ਮੁੱਦੇ ਤੇ ਬਣੇ ਰਹੋ ਸਾਡੇ ਨਾਲ, ਫਿਰ ਆਵਾਂਗੇ ਤੁਹਾਡੇ ਵੱਲ। ਰਵਿੰਦਰ ਸਿੰਘ ਜੀ, ਕਿਸਾਨ ਆਗੂ ਦੇ ਤੌਰ ਤੇ ਮੈਂ ਤੁਹਾਡੇ ਤੋਂ ਵੀ ਪਹਿਲਾਂ ਪ੍ਰਤੀਕਰਮ ਲੈਣਾ ਚਾਹੁੰਦਾ ਹਾਂ। ਕਿਵੇਂ ਦੇਖਦੇ ਹੋ ਤੁਸੀਂ? ਤਾਂ ਕਿਉਂਕਿ ਸਿੱਧੇ ਤੌਰ ਤੇ ਪਟਿਆਲਾ ਨਾਲ ਵੀ ਸੰਬੰਧ ਰੱਖਦੇ ਹੋ। ਪੰਜਾਬ 'ਚੋਂ ਪਟਿਆਲਾ ਉਹਨਾਂ ਥਾਵਾਂ 'ਚੋਂ, ਜੋ ਉਹਨਾਂ ਜ਼ਿਲ੍ਹਿਆਂ 'ਚੋਂ ਹੈ ਜਿੱਥੇ ਸਭ ਤੋਂ ਵੱਡੀ ਮਾਰ ਇਸ ਵੇਲੇ ਪੈ ਰਹੀ ਹੈ ਹੜ੍ਹਾਂ ਕਾਰਨ, ਬਾਰਿਸ਼ ਕਾਰਨ, ਕਿਉਂਕਿ SYL ਵੀ ਉੱਥੋਂ ਦੀ ਲੰਘਦੀ ਹੈ, ਕਈ ਨਦੀਆਂ ਨਾਲੇ ਵੀ ਨਿਕਲਦੇ ਹੈ। ਅਤੇ ਜਿੱਦਾਂ ਮੈਂ ਕਹਿ ਰਿਹਾ ਕਿ ਪਟਿਆਲਾ ਅਤੇ ਚੰਡੀਗੜ੍ਹ ਦਾ ਬਹੁਤ ਘੱਟ ਇਹੋ ਜਿਹਾ ਕਦੇ ਚਾਂਸ ਹੋਇਆ ਹੋਵੇਗਾ ਕਿ ਲਿੰਕ ਹੀ ਟੁੱਟਿਆ ਗਿਆ ਰਾਸ਼ਟਰੀ ਮਾਰਗ ਰਾਹੀਂ ਇਸ ਵੇਲੇ। ਸਭ ਤੋਂ ਪਹਿਲਾਂ ਤਾਂ ਸਿੱਧੂ ਸਾਹਿਬ ਤੁਹਾਡਾ ਧੰਨਵਾਦ, ਤੁਸੀਂ ਮੈਨੂੰ ਨਜ਼ਰੀਆ ਦੇ ਇਸ ਐਪੀਸੋਡ 'ਚ ਮੈਨੂੰ ਥਾਂ ਦਿੱਤੀ ਆ। ਮਿਹਰਬਾਨੀ ਮਿਹਰਬਾਨੀ। ਇੱਥੋਂ ਤੱਕ ਮੈਂ 2-3 ਗੱਲਾਂ ਇਹਦੇ ਤੇ ਕਹਿਣੀਆਂ ਚਾਹੁੰਦਾ। ਇਹ ਕੁਦਰਤੀ ਆਫਤ ਕਹਿ ਕੇ ਛੁਟਕਾਰਾ ਕਰ ਲਿਆ ਜਾਂਦਾ। ਮੈਂ ਸਮਝਦਾ ਵੀ ਇਹ ਠੀਕ ਹੈ, ਕੁਦਰਤ ਆਪਣੇ ਰੰਗ ਦਿਖਾ ਰਹੀ ਹੈ, ਪਰ ਇਹ ਮੈਨ ਮੇਡ ਆਫਤ ਵੀ ਹੈ, ਆਦਮੀ ਵੱਲੋਂ ਬਣਾਈ ਗਈ ਆਫਤ। 3 ਕਾਰਨ ਨੇ ਇਹਦੇ ਜਿਹੜੇ। ਇੱਕ ਤਾਂ ਇਹ ਠੀਕ ਹੈ ਜਿਹੜਾ ਪੰਧੇਰ ਸਾਹਿਬ ਨੇ ਕਿਹਾ ਕਿ ਡਰੇਨਾਂ ਦਾ ਕੋਈ ਸਾਫ਼ ਸਫਾਈ ਨਹੀਂ, ਬੰਨੇ ਕੋਈ ਪੱਕੇ ਨਹੀਂ ਕੀਤੇ ਗਏ, ਪੂਰਾ ਸਾਫ਼ ਸਫਾਈ ਵਾਲਾ ਮਾਮਲਾ ਇਹ ਕਿਸਮ ਨਾਲ ਕਰਪਸ਼ਨ ਦੀ ਖਾਣੀ ਹੈ, ਕੋਈ ਬਹੁਤਾ ਖਿਆਲ ਨਹੀਂ ਕੀਤਾ ਜਾਂਦਾ। ਬੂਹੇ ਜਾਨ ਆ ਗਈ ਤੇ ਹੁਣ ਕੰਨ ਮਿੰਨੇ ਜਾ ਰਹੇ ਨੇ। ਹੁਣ ਡਿਜ਼ਾਸਟਰ ਰਿਲੀਫ ਜਿਹੜੀਆਂ ਉਹ ਟੀਮਾਂ ਬਣਾਈਆਂ ਜਾ ਰਹੀਆਂ ਵੀ ਜੀ ਆਹ ਕਰ ਦਿਆਂਗੇ, ਆਹ ਸੰਪਰਕ ਨੰਬਰ ਨੇ, ਆਹ ਹੈਲਪਲਾਈਨ ਨੰਬਰਸ ਨੇ, ਆਹ ਕੁਛ ਹੈ, ਅਸੀਂ ਤੁਹਾਡੀ ਮਦਦ ਕਰ ਦਿਆਂਗੇ। ਇਸ ਤਰ੍ਹਾਂ ਦਾ ਸਾਡੇ ਕੋਲੇ ਕੋਈ ਰਿਸਪੌਂਸ ਸਿਸਟਮ ਨਹੀਂ ਇਸ ਸਥਿਤੀ ਨੂੰ ਨਜਿੱਠਣ ਦੀ। ਇੱਕ ਤਾਂ ਇਹਦੀ ਘਾਟ ਹੈ। ਦੂਜੀ ਘਾਟ ਜਿਹੜੀ ਗੈਰ ਯੋਜਨਾਬੱਧ ਤਰੀਕੇ ਨਾਲ ਜਿਹੜਾ ਇੱਕ ਪੂਰੇ ਦਾ ਪੂਰਾ ਮਾਫੀਆ ਆ, ਉਸਨੇ ਜਿਸ ਹਿਸਾਬ ਨਾਲ ਡਰੇਨਾਂ ਦੇ ਕੁਦਰਤੀ ਪਾਣੀ ਦੇ ਵਹਾਅ ਦੇ ਰਸਤਿਆਂ 'ਚ ਉਸਾਰੀਆਂ ਕੀਤੀਆਂ ਨੇ ਜ਼ਮੀਨਾਂ ਨੂੰ ਵੇਚ ਕੇ, ਉਹ ਇੱਕ ਫੈਕਟਰ ਹੈ ਜਿਸ ਕਰਕੇ ਪਾਣੀ ਕੰਟਰੋਲ ਨਹੀਂ ਹੁੰਦਾ। ਉਹ ਕੁਦਰਤੀ ਲਾਂਘੇ ਰੋਕ ਦਿੱਤੇ ਗਏ ਨੇ, ਡਰੇਨਾਂ ਦੀ ਸਫਾਈ ਨਹੀਂ, ਉਹ ਪਾਣੀ ਜਿਹੜਾ ਇਕੱਠਾ ਹੋ ਕੇ ਕਿਸੇ ਨਾ ਕਿਸੇ ਪਾਸੇ ਨਿਕਲਣਾ, ਉਹ ਹੁਣ ਤਬਾਹੀ ਮਚਾ ਰਿਹਾ। ਪਟਿਆਲਾ ਸ਼ਹਿਰ, ਉਹਦਾ ਲਗਭਗ ਅੱਧਾ ਹਿੱਸਾ ਪਾਣੀ ਦੇ ਵਿੱਚ ਹੈ ਇਸ ਟਾਈਮ। ਜਿਹੜਾ ਸਭ ਤੋਂ ਵੈਲ ਪਲਾਨਡ ਏਰੀਆ ਹੈ, ਜਿਹਨੂੰ ਅਰਬਨ ਸਟੇਟ ਕਹਿੰਦੇ ਨੇ, ਉਹ ਪੂਰੀ ਤਰ੍ਹਾਂ ਪਾਣੀ ਦੇ ਵਿੱਚ ਹੈ। 5-6 ਫੁੱਟ ਥੋੜਾ ਜਿਹਾ ਵਾਅਦਾ ਕਰਦੇ ਹਾਂ, ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਦਾ ਆਪਣਾ ਸ਼ਹਿਰ ਹੈ ਜੀ। ਬਿਲਕੁਲ, ਪਟਿਆਲਾ ਕੀ ਰਾਓ ਜਿਸ ਦੇ ਵਿੱਚ NCO ਤੇ ਸੁਖਨਾ ਚੋ ਦਾ ਪਾਣੀ ਆਉਂਦਾ ਹੈ, ਸੁਖਨਾ ਲੇਕ ਦੇ ਫਲੱਡ ਗੇਟ ਖੋਲੇ ਗਏ ਨੇ, ਉਹਦਾ ਪਾਣੀ ਕੈਰੀ ਕਰਨ 'ਚ ਬਹੁਤ ਸਾਰੀਆਂ ਸਮੱਸਿਆਵਾਂ। ਪਾਣੀ ਆ ਗਿਆ ਜ਼ਿਆਦਾ, ਹੋਰ ਡਰੇਨਾਂ ਜਿਹੜੀਆਂ ਓਵਰਫਲੋ ਹੋ ਕੇ ਚੱਲ ਰਹੀਆਂ। ਪਟਿਆਲਾ ਕੀ ਰਾਓ ਓਵਰਫਲੋ ਹੋ ਕੇ ਅਰਬਨ ਸਟੇਟ ਡੁੱਬਿਆ, ਔਰ ਇਹ ਅੱਗੇ ਜਾ ਕੇ ਘੱਗਰ 'ਚ ਮਿਲਦੀ ਹੈ। ਘੱਗਰ ਉਧਰੋਂ ਪਿੱਛੋਂ ਆ ਰਿਹਾ, ਘੱਗਰ ਦੇ ਪਾਣੀ ਦਾ ਵੀ ਅੱਜ ਤੱਕ ਕੋਈ ਪ੍ਰਬੰਧ ਨਹੀਂ ਕੀਤਾ ਗਿਆ। ਔਰ ਪਟਿਆਲਾ ਇੱਕ ਐਸਾ ਜ਼ਿਲ੍ਹਾ ਜਿਹੜਾ ਘੱਗਰ ਦੀ, ਕਿਉਂਕਿ ਉਹ ਹਾਂਸੀ ਬੁਟਾਣਾ ਵੀ ਕੁਦਰਤੀ ਫਲੋ ਦੇ ਉਲਟ ਕੱਢ ਦਿੱਤੀ ਗਈ, ਉਹਦੇ ਥੱਲੇ ਜਿਹੜੀਆਂ ਕੁਦਰਤੀ ਵਹਾਅ ਦੇ ਰਸਤੇ ਸੀਗੇ ਉਹ ਬੰਦ ਕਰ ਦਿੱਤੇ ਗਏ। ਇਹਦਾ ਬਹੁਤ ਨੁਕਸਦਾਰ ਡਿਜ਼ਾਈਨ ਹੈ। ਡਾਫ ਲੱਗਦੀ ਹੈ, ਫਿਰ ਅੱਗੇ ਖਨੌਰੀ ਤੇ ਡਾਫ ਲੱਗਦੀ ਹੈ। ਤੋਂ ਪਟਿਆਲੇ ਜ਼ਿਲ੍ਹੇ ਦਾ ਖਾਸਾ ਹਿੱਸਾ, ਤੁਸੀਂ ਸੈਂਕੜੇ ਏਕੜ ਕਿਹਾ ਸੀ,
ਹਜ਼ਾਰਾਂ ਏਕੜ ਰਕਬਾ ਆ ਜਿਹੜਾ ਉਹ ਪਾਣੀ ਦੀ ਮਾਰ ਹੇਠ ਹੈ। ਘਨੌਰ ਤੋਂ ਲੈ ਕੇ ਅੰਬਾਲੇ ਦੇ ਨਾਲ ਬਾਰਡਰ ਤੋਂ ਲੈ ਕੇ ਖਨੌਰੀ ਤੱਕ ਇਹ ਪੂਰੇ ਦਾ ਪੂਰਾ ਇਲਾਕਾ ਜਿਹੜਾ ਘੱਗਰ ਦੀ ਮਾਰ ਹੇਠ ਹੈ। ਪਟਿਆਲਾ ਸ਼ਹਿਰ ਖੁਦ ਡੁੱਬਿਆ ਹੋਇਆ, ਬਹੁਤ ਸਾਰੀਆਂ ਥਾਵਾਂ ਤੇ ਡਰੇਨਾਂ ਚੋਂ ਪਾਣੀ ਓਵਰਫਲੋ ਹੋ ਕੇ ਅਲੱਗ-ਅਲੱਗ ਥਾਵਾਂ ਤੇ ਆ ਰਿਹਾ। ਮੇਰੇ ਆਪਣੇ ਪਿੰਡ ਤੋਂ 2 ਕਿਲੋਮੀਟਰ ਦੂਰ ਅਨਾਉਂਸਮੈਂਟ ਹੋਈ ਆ, ਹੁਣ ਅਲਰਟ ਜਾਰੀ ਕੀਤਾ ਵੀ ਡਰੇਨ ਚਰਨਾਥਲ ਡਰੇਨ ਦਾ ਪਾਣੀ ਓਵਰਫਲੋ ਹੋ ਕੇ ਅੱਗੇ ਆ ਰਿਹਾ, ਉਹਨੇ ਲੰਘਣਾ ਤਾਂ ਆਪਣਾ ਬੰਦੋਬਸਤ ਕਰ ਲਿਆ। ਤੋ ਇਸ ਢੰਗ ਨਾਲ ਨੁਕਸਾਨ ਤਾਂ ਬਹੁਤ ਹੈ। ਇਹ ਹੁਣ ਸਿਰਫ ਅੱਖਾਂ ਪੂੰਝਣ ਲਈ ਹੈ। ਜਿਹੇ ਜਿਹਾ ਕਣਕ ਦੇ ਮੁਆਵਜ਼ੇ ਦਾ ਬੇਮੌਸਮੀ ਬਰਸਾਤਾਂ ਦਾ ਹਾਲੇ ਤੱਕ ਨਹੀਂ ਕਿਸਾਨਾਂ ਨੂੰ ਮਿਲਿਆ। ਮੁੱਖ ਮੰਤਰੀ ਨੇ ਐਲਾਨ ਕਰ ਦਿੱਤਾ ਵੀ ਠੀਕ ਹੈ ਜੀ ਅਸੀਂ ਵਿਸ਼ੇਸ਼ ਗਰਦੌਰੀ ਕਰਾਵਾਂਗੇ। ਇਹ ਬਹੁਤ ਢੁਕਵਾਂ ਕੰਮ ਨਹੀਂ ਹੈ। ਇਹ ਅਸੀਂ ਕਹਿੰਦੇ ਆ ਕਿ ਅਸੀਂ 5 ਟ੍ਰਿਲੀਅਨ ਇਕਨੋਮੀ ਹੋਣਾ, ਵਿਸ਼ਵ ਗੁਰੂ ਬਣ ਗਏ ਔਰ ਅਸੀਂ ਡਿਵੈਲਪ ਮੁਲਕਾਂ ਦੇ ਕਿਤੇ ਵੀ ਨੇੜੇ ਤੇੜੇ ਨਹੀਂ ਇਸ ਮਾਮਲੇ 'ਚ। ਜੇ ਸੋਕਾ ਪੈ ਜੇ ਤਾਂ ਅਸੀਂ ਮਰਦੇ ਆ, ਜੇ ਮੀਂਹ ਵੱਧ ਪੈ ਜੇ ਤਾਂ ਅਸੀਂ ਮਰਦੇ ਆ। ਦੋਹੇ ਪਾਸੇ ਹੀ ਸਾਡੀ ਤਾਂ ਹਾਲਤ ਜਿਹੜੀ ਭੈੜੀ ਹੋਈ ਆ ਔਰ ਇਸ ਦਾ ਕੋਈ ਹੱਲ ਜਿਹੜਾ ਵਿਗਿਆਨਕ ਲੀਹਾਂ ਤੇ ਹੋਵੇ, ਢੁਕਵੇਂ ਢੰਗ ਦਾ ਹੋਵੇ, ਉਹ ਫੇਰ ਨੇ ਸਾਡੀਆਂ ਸਰਕਾਰਾਂ। ਜੀ ਰਵਿੰਦਰ ਜੀ, ਤੁਸੀਂ ਅਹਿਮ ਮੁੱਦੇ ਤੇ ਗੱਲ ਕਰ ਰਹੇ ਹੋ, ਬਣੇ ਰਹੋ ਸਾਡੇ ਨਾਲ। ਫੇਰ ਆਉਣਾ ਮੈਂ ਤੁਹਾਡੇ ਵਾਲੇ ਇਸੇ ਸਵਾਲ ਦੇ ਉੱਤੇ। ਕਪੂਰ ਸਾਹਿਬ, ਮਾਮਲਾ ਜਿਸ ਮਾਮਲੇ ਦੀ ਸਰਕਾਰ ਦੀ ਅਣਗਹਿਲੀ ਜਾਂ ਨਲਾਇਕੀ ਕਹਿ ਲਓ, ਪੰਜਾਬ ਸਰਕਾਰ ਦਾ ਤਾਂ ਹਾਈ ਹੈ ਕਿ ਸਮੇਂ ਸਿਰ ਬੰਦੋਬਸਤ ਨਾ ਕਰਨ। ਜਿੱਦਾਂ ਕਿਸਾਨ ਆਗੂਆਂ ਦਾ ਕਹਿਣਾ, ਚਾਹੇ ਡਰੇਨਾਂ ਦੀ ਸਫਾਈ ਦੀ ਗੱਲ ਕਰ ਲਈਏ, ਚਾਹੇ ਮਿਸਮੈਨੇਜਮੈਂਟ ਦੀ ਗੱਲ ਕਰ ਲਈਏ, ਸਮੇਂ ਸਿਰ ਨਾ ਕੀਤਾ ਗਿਆ, ਜਿਹਦੇ ਕਰਕੇ ਵੱਡੀ ਪੱਧਰ ਤੇ ਨੁਕਸਾਨ ਤਾਂ ਹਾਈ ਹੈ। ਪਰ ਕਿਧਰੇ ਸਰਕਾਰਾਂ ਦੇ ਉੱਤੇ ਵੀ ਸਵਾਲ ਉੱਠਦੇ ਆ। ਦੇਖੋ, ਘੱਗਰ ਦਰਿਆ ਦੀ ਗੱਲ ਹੁੰਦੀ ਹੈ। ਮੈਂ ਬੀਂਗ ਏ ਜਰਨਲਿਸਟ ਦੇਖਦਾ ਕਿ ਦਹਾਕਿਆਂ ਤੋਂ ਹਰਿਆਣਾ ਤੇ ਪੰਜਾਬ ਜਿਹੜਾ ਹੈਗਾ ਉਹਦੀ ਮਾਰ ਦਾ ਸਾਹਮਣਾ ਕਰ ਰਿਹਾ। ਦੋਨਾਂ ਸਰਕਾਰਾਂ ਦੀ ਆਪਸ ਵਿੱਚ ਕੋਈ ਸਹਿਮਤੀ ਨਹੀਂ ਬਣ ਪਾ ਰਹੀ ਕਿ ਘੱਗਰ ਦਰਿਆ ਦੇ ਫਲੱਡ ਦਾ, ਹੜ੍ਹ ਦਾ ਕਿਵੇਂ ਟਾਕਰਾ ਕਰਨਾ। ਇਹ ਗੱਲ। ਦੂਜੀ ਗੱਲ, ਕਪੂਰ ਸਾਹਿਬ, ਜਦੋਂ ਐਡੀ ਵੱਡੀ ਤਬਾਹੀ ਹੁੰਦੀ ਹੈ ਤਾਂ ਕਿਧਰੇ ਕੇਂਦਰ ਦੀ ਜ਼ਿੰਮੇਵਾਰੀ ਵੀ ਬਣਦੀ ਹੈ। ਕੇਂਦਰ ਇਹ ਠੀਕ ਹੈ ਕਿ ਹਾਲ ਚਾਲ ਪੁੱਛਦੇ ਆ ਫੋਨ ਕਰਕੇ, ਪਰ ਸਮੇਂ ਸਿਰ ਜੇ ਰਾਹਤ ਨਾ ਮਿਲੇ, ਉਹ ਕਹਿੰਦੇ ਸਮੇਂ ਸਿਰ ਜੇ ਜਿਹੜੀ ਮਦਦ ਨਾ ਮਿਲੇ ਤਾਂ ਫਿਰ ਬਾਹਰ ਦੀ ਮਦਦ ਦਾ ਕੋਈ ਫਾਇਦਾ ਨਹੀਂ। ਜਿਵੇਂ ਕਿਸਾਨਾਂ ਦਾ ਕਹਿਣਾ ਹੈ ਕਿ ਲੰਬੇ ਸਮੇਂ ਲਈ ਇਹਦੇ ਦੂਰਸ ਨਤੀਜੇ ਨਿਕਲਣਗੇ ਜੋ ਤਬਾਹੀ ਹੋਈ ਹੈ। ਕਪੂਰ ਸਾਹਿਬ। ਸਿੱਧੂ ਸਾਹਿਬ, ਐਸਾ ਹੈਗਾ ਹੈ ਕਿ ਕੇਂਦਰ ਦਾ ਰੋਲ ਤੇ ਡੈਫੀਨੇਟਲੀ ਰਹਿੰਦਾ ਹੀ ਹੈਗਾ ਹੈ। ਕਿ ਅਭੀ ਤੁਹਾਨੂੰ ਧਿਆਨ ਹੋਏਗਾ 4 ਦਿਨ ਪਹਿਲੇ ਅਮਿਤ ਸ਼ਾਹ ਜੀ ਨੇ ਫੋਨ ਕਰਕੇ ਭਗਵੰਤ ਮਾਨ ਜੀ ਨੂੰ ਕਿਹਾ ਸੀ ਕਿ ਜਿਸ ਤਰ੍ਹਾਂ ਦੀ ਵੀ ਮਦਦ ਉਹਨਾਂ ਨੂੰ ਚਾਹੀਦੀ ਹੈ ਕੇਂਦਰ ਦੀ ਸਰਕਾਰ ਵੱਲੋਂ, ਹਰ ਤਰ੍ਹਾਂ ਦੀ ਮਦਦ ਉਹ ਇਸ ਮੌਕੇ ਦੇ ਟਾਈਮ ਤੇ ਉਹਨਾਂ ਨੂੰ ਪੰਜਾਬ ਗਵਰਨਮੈਂਟ ਨੂੰ ਮੁਹੱਈਆ ਕਰਵਾਉਣੀ। ਅਲਟੀਮੇਟਲੀ ਤੇ ਦੇਖੋ, ਪੰਜਾਬ ਨੂੰ ਚਲਾਉਣਾ ਪੰਜਾਬ ਦੀ ਸਰਕਾਰ ਦੀ ਜ਼ਿੰਮੇਵਾਰੀ, ਔਰ ਮੈਂ ਸਮਝਦਾ ਵਾਂ ਕਿ ਇਹ ਆਪਣੀ ਜ਼ਿੰਮੇਵਾਰੀ ਦੇ ਵਿੱਚ ਟੋਟਲ ਅਸਫਲ ਸਾਬਿਤ ਹੋਏ ਹੈ ਜੀ। 3 ਦਿਨ ਪਹਿਲੇ ਜਦੋਂ ਮੁੱਖ ਮੰਤਰੀ ਨੂੰ ਆਪਣੇ 92 ਐਮਐਲਏ ਨੂੰ ਇਹ ਗੱਲ ਕਹਿਣੀ ਪੈਂਦੀ ਪਈ ਹੈ ਕਿ ਇਹਦੀ ਸਿਚੁਏਸ਼ਨ ਖਰਾਬ ਹੈ, ਤੁਸੀਂ ਸਾਰੇ ਫੀਲਡ 'ਚ ਉਤਰੋ, ਤੇ ਤੁਸੀਂ ਇਸ ਗੱਲ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਸਰਕਾਰ ਦੇ ਜਿਹੜੇ ਐਮਐਲਏ ਹੈਗੇ ਸੀ ਉਹ ਆਪਣੇ ਇਲਾਕਿਆਂ ਦੇ ਵਿੱਚ ਕਿੰਨੇ ਸੰਜੀਦਾ ਹੈਗੇ ਸੀ ਇਸ ਸਮੱਸਿਆ ਨੂੰ ਲੈ ਕੇ। ਕਪੂਰ ਸਾਹਿਬ, ਤੁਹਾਨੂੰ ਟੋਕਣਾ ਕਪੂਰ ਸਾਹਿਬ, ਮੈਂ ਤੁਹਾਡੀ ਗੱਲ 'ਚ ਵਾਧਾ ਹੀ ਕਰਦਾ, ਤੁਹਾਨੂੰ ਟੋਕਣਾ ਚਾਹੁੰਦਾ। ਦੇਖੋ, ਚਾਹੇ 92 ਐਮਐਲਏ ਹੋਣ ਤੇ ਚਾਹੇ 117 ਹੋਣ, ਜਦੋਂ ਫਲੱਡ ਆ ਜਾਣ, ਬਾਰਿਸ਼ ਆ ਜਾਏ, ਤਾਂ ਉਸ ਵੇਲੇ ਕੀ ਉਹ ਮਦਦ ਕਰ ਸਕਦੇ? ਮਦਦ ਦਾ ਤਾਂ ਪਹਿਲਾ ਮੌਕਾ ਸੀ। ਹੁਣ ਜਾ ਕੇ ਉੱਥੇ ਆਪਣੇ ਪਜਾਮੇ ਟੁੰਗ ਕੇ ਤਸਵੀਰਾਂ ਖਿਚਾਉਣੀਆਂ, ਸ਼ਾਟ ਖਿਚਾਉਣੇ, ਉਹਨੂੰ ਮਦਦ ਨਹੀਂ ਕਿਹਾ ਜਾਂਦਾ। ਇਹ ਖਾਨਾ ਪੂਰਤੀ ਹੈ। ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਸਿੱਧੂ ਸਾਹਿਬ, ਇਹ ਖਾਨਾ ਪੂਰਤੀ ਹੁੰਦੀ ਪਈ ਹੈ। ਐਮਐਲਏ ਦੀ ਜ਼ਿੰਮੇਵਾਰੀ ਬਣਦੀ ਸੀ ਕਿ ਵੀ ਬਾਰਿਸ਼ਾਂ ਦਾ ਸੀਜ਼ਨ ਆ ਗਿਆ ਹੈਗਾ ਵਾ, ਆਪਣੇ ਇਲਾਕਿਆਂ ਵਿੱਚ ਜਿਹੜੇ ਡਰੇਨੇਜ ਸਿਸਟਮ ਹੈਗੇ ਹੈ ਉਹਨਾਂ ਦੀ ਸਹੀ ਢੰਗ ਨਾਲ ਸਫਾਈਆਂ ਕਰਾਈਆਂ ਜਾਣ। ਔਰ ਜਦੋਂ ਹਰ ਬੰਦੇ ਨੂੰ ਪਤਾ ਸੀ ਕਿ ਐਤਕੀ ਮਾਨਸੂਨ ਬਹੁਤ ਜ਼ਿਆਦਾ ਹੈ, ਹਿਮਾਚਲ ਦੇ ਵਿੱਚ ਇੰਨੀ ਬਾਰਿਸ਼ਾਂ ਹੁੰਦੀਆਂ ਪਈਆਂ ਸੀ, ਈਵਨ ਪੰਜਾਬ ਦੇ ਵਿੱਚ ਵੀ ਤੁਸੀਂ ਦੇਖੋ ਜੂਨ ਦੇ ਮਹੀਨੇ ਦੇ ਵਿੱਚ ਬਹੁਤ ਘੱਟ ਬਾਰਿਸ਼ ਹੁੰਦੀ ਹੈ, ਪਰ ਐਤਕੀ ਜੂਨ ਦੇ ਮਹੀਨੇ 'ਚ ਬਰਸਾਤਾਂ ਬੜੀਆਂ ਹੋਈਆਂ ਸੀ। ਐਮਐਲਏ ਦੀ ਜ਼ਿੰਮੇਵਾਰੀ ਬਣਦੀ ਕੀ ਸੀ ਕਿ ਆਪਣੇ ਇਲਾਕੇ ਨੂੰ ਪਹਿਲੇ ਹੀ ਸੰਭਾਲ ਕੇ ਰੱਖਦੇ, ਉਹਦੇ ਜੋ ਪ੍ਰੀਕਾਸ਼ਨਰੀ ਮੈਜਰ ਲੈਣ ਵਾਲੇ ਹੈਗੇ ਸੀ ਉਹ ਪਹਿਲੇ ਲੈ ਕੇ ਲਿੱਤੇ ਜਾਂਦੇ। ਕੱਖ ਨਹੀਂ ਇਹਨਾਂ ਲੋਕਾਂ ਨੇ ਕੀਤਾ ਔਰ ਜਿਹਦਾ ਖਾਮਿਆਜ਼ਾ ਅੱਜ ਪੰਜਾਬ ਦੇ ਲੋਕ ਭੁਗਤਣ ਰਹੇ ਹੈ। ਤੁਸੀਂ ਛੋਟੀ ਜਿਹੀ ਉਦਾਹਰਨ ਲੈ ਲਓ, ਫਰਵਰੀ ਦੇ ਮਹੀਨੇ ਦੇ ਵਿੱਚ ਮੁੱਖ ਮੰਤਰੀ ਸਾਹਿਬ ਨੇ 3 ਤੋਂ 15 ਕਰੋੜ ਰੁਪਇਆ ਨਾਲ ਲੁਧਿਆਣੇ ਦੇ ਬੁੱਢੇ ਨਾਲੇ ਲਈ ਦਿੱਤਾ ਪਾਈਪ ਵਾਸਤੇ, ਤੇ ਚਾਲੇ ਨੇ ਅਫਸਰ ਉੱਥੇ ਨਾ ਕਰੇਨਾ ਲੈ ਕੇ ਸਫਾਈ ਕਰਨ ਰਹੇ ਹੈ। ਫਰਵਰੀ ਦੇ ਮਹੀਨੇ ਦਾ 3 ਤੋਂ 15 ਕਰੋੜ ਰੁਪਏ ਆਇਆ। ਆਮ ਆਦਮੀ ਦੀ ਪਾਰਟੀ ਦੀ ਸਰਕਾਰ ਨੇ ਐਡੇ ਬੋਰਡ ਲਗਾਤੇ ਲੁਧਿਆਣੇ ਦੇ ਵਿੱਚ, ਕਲੇਮ ਕਰਤੇ ਕਿ ਜੀ ਆਪਾਂ ਸਫਾਈ ਕਰ ਦਿੱਤੀ, ਕਦੇ ਅੱਜ ਤੋਂ ਪਹਿਲੇ ਕਦੀ ਸਫਾਈ ਨਹੀਂ ਸੀ ਹੋਈ। ਇਹਨਾਂ ਦਾ ਮਤ ਚੱਲੇ ਨਾ, ਤੇ ਵੀ ਕਲੇਮ ਕਰਦੇ ਹੈਗੇ ਸੀ ਕਿ ਮੌਨਸੂਨ ਆਇਆ ਨਾ, ਸ਼ੁਰੂਆਤ ਤੋਂ ਜਿਹੜਾ ਵਧੀਆ ਮੌਨਸੂਨ ਆਇਆ, ਇਹ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕਾਰਨ ਹੀ ਆਇਆ ਹੁੰਦਾ ਸੀ।
ਸਮੱਸਿਆ ਕੀ ਹੋਈ ਹੈ ਕਿ ਆਪਾਂ ਸਿਰਫ ਇੱਕ ਐਡਵਰਟਾਈਜ਼ਮੈਂਟ 'ਚ ਵਿਸ਼ਵਾਸ ਕਰ ਲਿਆ, ਢੋਲ ਢਮੱਕਿਆਂ ਨਾਲ ਬੋਰਡਾਂ ਲਗਾ ਕੇ ਆਪਾਂ ਸਿਰਫ ਲੋਕਾਂ ਨੂੰ ਦੱਸਦੇ ਪਏ ਆ ਕਿ ਆਪਾਂ ਇਹ ਕਰ ਦਿੱਤਾ, ਉਹ ਕਰ ਦਿੱਤਾ। ਪਰ ਜ਼ਮੀਨੀ ਹਕੀਕਤ ਹੈਗੀ ਹੈ ਕਿ ਜ਼ਮੀਨ ਤੇ ਕੋਈ ਵੀ ਕੰਮ ਨਹੀਂ ਹੋ ਰਿਹਾ ਔਰ ਪੰਜਾਬ ਦੀ ਜਨਤਾ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਕੋਲੋਂ ਬਹੁਤ ਜ਼ਿਆਦਾ ਪਰੇਸ਼ਾਨ ਹੈ। ਰੋਪੜ, ਪਟਿਆਲਾ, ਫਤਿਹਗੜ੍ਹ ਸਾਹਿਬ, ਸੰਗਰੂਰ, ਫਿਰੋਜ਼ਪੁਰ ਇਹ ਜ਼ਿਲ੍ਹੇ ਜਿਹੜੇ ਹੈਗੇ ਟੋਟਲ ਮਾਰ ਦਿੰਦੇ ਪਏ ਹੈਗੇ ਆ। ਉਹਦੇ ਨਾਲ ਖਾਮਿਆਜ਼ਾ ਇਸ ਚੀਜ਼ ਦਾ ਨੁਕਸਾਨ ਆਮ ਜਨਤਾ ਭੁਗਤਦੀ ਪਈ ਹੈ ਔਰ ਸਰਕਾਰ ਸੁੱਤੀ ਪਈ ਹੋਈ ਹੈ। ਸਰ ਇੱਕ ਸਵਾਲ ਬਿਲਕੁਲ ਜਿਹੜਾ ਹੈਗਾ ਜੋ ਜਨਤਾ ਭੁਗਤ ਰਹੀ ਹੈ, ਤੁਸੀਂ ਜ਼ਿਲ੍ਹਿਆਂ ਦਾ ਨਾਂ ਲਿਆ, ਬਿਲਕੁਲ ਸਹੀ ਫਰਮਾ ਰਹੇ ਹੋ। ਵਿਰੋਧੀ ਧਿਰ ਦੇ ਤੌਰ 'ਤੇ ਇਹ ਸਵਾਲ ਵੀ ਆ ਰਿਹਾ ਕਿ ਪ੍ਰਧਾਨ ਮੰਤਰੀ ਜਿਹੜਾ ਕੁਦਰਤੀ ਆਫਤ ਫੰਡ ਹੈਗਾ ਉਹਦੇ 'ਚੋਂ ਫੌਰੀ ਤੌਰ 'ਤੇ ਮਦਦ ਕੀਤੀ ਜਾਵੇ, ਚਾਹੇ ਹਿਮਾਚਲ ਹੈ, ਚਾਹੇ ਪੰਜਾਬ ਹੈ ਜਾਂ ਹਰਿਆਣਾ, ਜਿਹੜੇ ਵੀ ਰਾਜ ਪ੍ਰਭਾਵਿਤ ਹੈਗੇ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ। ਕੇਂਦਰ ਨੂੰ ਲੱਗਦਾ ਨਹੀਂ ਕਿ ਅੱਗੇ ਆਉਣਾ ਚਾਹੀਦਾ ਇਸ ਮਾਮਲੇ 'ਚ? ਪੰਜਾਬ ਤਾਂ ਜੋ ਨਲਾਇਕੀ ਤੁਸੀਂ ਕਹਿ ਰਹੇ ਸਾਹਮਣੇ ਆਈ ਹੈ ਗੱਲ। ਸਿੱਧੂ ਸਾਹਿਬ, ਮੈਂ ਤੁਹਾਡੀ ਗੱਲ ਨਾਲ ਬਿਲਕੁਲ ਮੁਤਫਿਕ ਹੈਗਾ ਵਾਂ ਕਿ ਕੇਂਦਰ ਨੂੰ ਅੱਗੇ ਆਉਣਾ ਚਾਹੀਦਾ ਹੈ, ਪਰ ਸਾਡੇ ਸੀਐਮ ਸਾਹਿਬ ਨੂੰ ਤਾਂ ਜਾ ਕੇ ਕੇਂਦਰ ਕੋਲੋਂ ਮਦਦ ਮੰਗਣੀ ਚਾਹੀਦੀ ਹੈ ਨਾ ਕਿ ਸਾਡੀ ਸਟੇਟ ਦੇ ਹਾਲਾਤ ਹੈਗੇ। ਮੈਂ ਅੱਜ ਸਵੇਰੇ ਦੀ ਨਿਊਜ਼ ਦੇ ਵਿੱਚ ਦੇਖਦਾ ਪਿਆ ਸੀ ਕਿ ਹਿਮਾਚਲ ਦੇ ਸੀਐਮ ਅਪੀਲ ਕਰਦੇ ਪਏ ਸੀ ਪ੍ਰਧਾਨ ਮੰਤਰੀ ਜੀ ਨੂੰ। ਉਹਨਾਂ ਨਾਲ ਫੋਨ ਤੇ ਵੀ ਉਹਨਾਂ ਨੇ ਗੱਲ ਕੀਤੀ ਕਿ ਵੀ ਸਾਡੇ ਇੱਥੇ ਇਹ ਨੁਕਸਾਨ ਹੁੰਦੇ ਪਏ ਹੈਗੀ ਹੈ, ਆਪਾਂ ਲੋਕਾਂ ਲਈ ਇਹ ਐਫਰਟ ਕੀਤੇ ਹੈਗੀ ਹੈ, ਹੁਣ ਸਾਨੂੰ ਕੇਂਦਰ ਕੋਲੋਂ ਇਹਦੀ ਮਦਦ ਦੀ ਜ਼ਰੂਰਤ ਹੈਗੀ ਹੈ। ਤੇ ਸਾਡੇ ਭਗਵੰਤ ਮਾਨ ਜੀ ਨੇ ਕੋਈ ਇੱਕ ਫੋਨ ਵੀ ਕੀਤਾ ਪ੍ਰਧਾਨ ਮੰਤਰੀ ਕਾਰਿਆਲੇ ਦੇ ਵਿੱਚ ਕਿ ਸਾਡੇ ਪੰਜਾਬ ਦੇ ਵਿੱਚ ਇਹ ਸਮੱਸਿਆਵਾਂ ਪੈਦਾ ਹੁੰਦੀਆਂ ਪਈਆਂ ਸੀ, ਆਪਾਂ ਇਹ ਵਸੀਲੇ ਕੀਤੇ ਲੋਕਾਂ ਨੂੰ ਬਚਾਉਣ ਲਈ ਕੀਤਾ। ਇਹਨਾਂ ਨੇ ਕੱਖ ਨਹੀਂ ਕਰੇ, ਮੂੰਹ ਤੋਂ ਸੈਂਟਰ ਕੋਲੋਂ ਮੰਗਣ ਮਦਦ। ਔਰ ਚਲੋ ਮੈਂ ਕਹਿੰਦਾ ਨਹੀਂ ਤੁਸੀਂ ਕੱਖ ਕੀਤਾ, ਹੁਣ ਹੀ ਘੱਟੋ ਘੱਟ ਜਾ ਕੇ ਪ੍ਰਧਾਨ ਮੰਤਰੀ ਜੀ ਨੂੰ ਫੋਨ ਕਰੋ, ਸੈਂਟਰ ਦੇ ਵਿੱਚ ਫੋਨ ਕਰੋ ਕਿ ਵੀ ਇਹ ਪੰਜਾਬ ਦੇ ਹਾਲਾਤਾਂ ਚੋਂ ਗੁਜ਼ਰਦਾ ਪਿਆ ਹੈਗਾ, ਸਾਨੂੰ ਪੰਜਾਬ ਦੇ ਵਿੱਚ ਆਪਾਂ ਅੱਛੇ ਤਰੀਕੇ ਮੈਨੇਜ ਨਹੀਂ ਕਰ ਪਾਏ, ਹੁਣ ਸਾਨੂੰ ਕਿਰਪਾ ਕਰਕੇ ਕੇਂਦਰ ਤੋਂ ਮਦਦ ਕੀਤੀ ਜਾਵੇ। ਕਿਉਂ ਨਹੀਂ ਕੇਂਦਰ ਸਰਕਾਰ ਮਦਦ ਕਰੇਗੀ? ਕੇਂਦਰ ਸਰਕਾਰ ਡੈਫੀਨੇਟਲੀ ਮਦਦ ਕਰੇਗੀ, ਪਰ ਪੰਜਾਬ ਦੀ ਸਰਕਾਰ ਤਾਂ ਸੁੱਤੀ ਪਈ ਹੈ। ਪੰਜਾਬ ਦੀ ਸਰਕਾਰ ਚਾਹਦੀ ਹੈ ਕਿ ਕੇਂਦਰ ਸਰਕਾਰ ਪੰਜਾਬ ਸਰਕਾਰ ਨੂੰ ਹਿਲਾ ਕੇ ਜਗਾਵੇ ਤੇ ਕਹੇ ਇਹ ਮਦਦ ਲੈ ਲਓ ਜੀ। ਇਸ ਤਰ੍ਹਾਂ ਕੋਈ ਸਰਕਾਰਾਂ ਚੱਲਦੀ ਹੈ ਜੀ। ਜੀ ਤੁਹਾਡਾ ਵਿਊ ਪੁਆਇੰਟ ਆ ਗਿਆ ਕਪੂਰ ਸਾਹਿਬ। ਬਿਲਕੁਲ ਜਿਹੜਾ ਹੈਗਾ ਇਸ ਮੁੱਦੇ ਤੇ ਕੇਂਦਰ ਤੇ ਪੰਜਾਬ ਸਰਕਾਰ ਦੇ ਸਹਿਯੋਗ ਦੀ ਲਾਜ਼ਮੀ ਜ਼ਰੂਰਤ ਹੈ, ਤਾਲਮੇਲ ਦੀ ਜ਼ਰੂਰਤ ਹੈ ਹੀ ਹੈ। ਖਡਿਆਲ ਸਾਹਿਬ, ਕਾਂਗਰਸ ਮੁੱਖ ਵਿਰੋਧੀ ਧਿਰ ਦੀ ਭੂਮਿਕਾ ਪੰਜਾਬ ਦੇ ਅੰਦਰ ਕਿਵੇਂ ਦੇਖਦੇ ਹੋ ਇਸ ਮਾਮਲੇ ਨੂੰ? ਜੋ ਤਬਾਹੀ ਦਾ ਮੰਜ਼ਰ ਹੈ ਉਹ ਤਾਂ ਸਾਡੇ ਸਾਹਮਣੇ ਹੀ ਹੈ। ਕਿਸਾਨ ਆਗੂਆਂ ਨੇ ਵੀ ਜ਼ਿਕਰ ਕੀਤਾ ਹੈ ਸਾਰੇ ਜ਼ਿਲ੍ਹਿਆਂ 'ਚ ਜਿਸ ਕਦਰ ਤਬਾਹੀ ਹੈ ਨਦੀਆਂ ਨਾਲਿਆਂ ਦਾ ਔਰ ਜਿਸ ਕਦਰ ਸੜਕਾਂ ਟੁੱਟ ਰਹੀਆਂ ਹੈ। ਇਹ ਗੱਲ ਖਡਿਆਲ ਸਾਹਿਬ ਮੈਂ ਜਿਹੜੀ ਕੇਂਦਰ ਤੇ ਪੰਜਾਬ ਦੇ ਜਿਹੜੇ ਟਕਰਾਅ ਜਾਂ ਪੰਜਾਬ ਜੇ ਸਹੀ ਢੰਗ ਨਾਲ ਨਹੀਂ ਤਸਵੀਰ ਪੇਸ਼ ਕਰ ਰਿਹਾ, ਅਗਲੇ ਦਿਨ 'ਚ ਕਿਸ ਤਰ੍ਹਾਂ ਦੀ ਤਸਵੀਰ ਹੋਏਗੀ ਪੰਜਾਬ ਦੀ? ਦੇਖੋ ਪੰਜਾਬ ਦਾ ਰੂਰਲ ਡਿਵੈਲਪਮੈਂਟ ਫੰਡ ਰੁਕਿਆ ਵਾ ਹੈ, ਜੋ ਹੁਣ ਬਾਰਿਸ਼ਾਂ ਹੋ ਰਹੀਆਂ, ਤਬਾਹੀ ਹੋ ਰਹੀ ਹੈ, ਤੁਸੀਂ ਅਗਲੇ ਦਿਨਾਂ 'ਚ ਹਾਲਤ ਦੇਖੋ ਪੰਜਾਬ ਦੀ ਕੀ ਬਣਦੀ ਹੈ ਜੇ ਇਹਨਾਂ ਦਾ ਆਪਸ ਵਿੱਚ ਸਹਿਯੋਗ ਨਾ ਬਣਿਆ। ਖਡਿਆਲ ਸਾਹਿਬ। ਧੰਨਵਾਦ ਸਿੱਧੂ ਸਾਹਿਬ ਸਵਾਲ ਲਈ। ਪਹਿਲੀ ਗੱਲ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਮਿਸਮੈਨੇਜਮੈਂਟ ਤੇ ਫੇਲੀਅਰ ਦੁਨੀਆ ਦੇ ਮੂਹਰੇ ਜੱਗ ਜ਼ਾਹਿਰ ਹੋ ਚੁੱਕਿਆ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਿਹੜਾ ਪ੍ਰਾਇਰ ਪਲਾਨ ਆਫ ਐਕਸ਼ਨ ਤਿਆਰ ਕਰਨਾ ਇਹਨਾਂ ਨੂੰ ਚਾਹੀਦਾ ਸੀਗਾ ਉਹ ਇਹਨਾਂ ਨੇ ਕੀਤਾ ਨਹੀਂ। ਅੱਜ ਕੱਲ ਤਾਂ ਸਿੱਧੂ ਸਾਹਿਬ ਜਿਹੜਾ ਵੈਦਰ ਟੈਲੀਕਾਸਟ ਫੋਰਕਾਸਟ ਹੈ ਉਹ ਆਮ ਲੋਕਾਂ ਨੂੰ ਵੀ ਪਤਾ ਲੱਗ ਜਾਂਦਾ ਕਿ ਅੱਜ ਤੋਂ ਇੰਨੇ ਟਾਈਮ ਬਾਅਦ ਮੀਂਹ ਪਊ ਕਿ ਨਾ ਮੀਂਹ ਪਊਗਾ, ਤੇ ਸਰਕਾਰ ਕੋਲੇ ਸਾਰਾ ਤੰਤਰ ਹੋਣ ਦੇ ਬਾਵਜੂਦ ਇਹਨਾਂ ਨੇ ਲੋਕਾਂ ਨੂੰ ਅਗਾਹ ਕਰਨਾ, ਲੋਕਾਂ ਨੂੰ ਵਾਰਨ ਕਰਨਾ, ਇੱਕ ਪਲਾਨ ਆਫ ਐਕਸ਼ਨ ਡਰਾਫਟ ਕਰਨਾ ਠੀਕ ਨਹੀਂ ਸਮਝਿਆ। ਸੋ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਪਹਿਲਾ ਫੇਲੀਅਰ ਤਾਂ ਸੀਗਾ ਜੀ। ਦੂਜਾ ਫੇਲੀਅਰ ਸਿੱਧੂ ਸਾਹਿਬ ਇਹ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇੱਕ ਦਫਾ ਵੀ ਫੰਡਸ ਦੀ ਡਿਮਾਂਡ ਨਹੀਂ ਕੀਤੀ, ਲੇਕਿਨ LOP ਸਾਡੇ ਬਾਜਵਾ ਸਾਹਿਬ ਉਹਨਾਂ ਨੇ ਡਿਮਾਂਡ ਕੀਤੀ ਹੈ ਕਿ ਪੰਜਾਬ ਨੂੰ ਸੈਂਟਰ 1000 ਕਰੋੜ ਰੁਪਏ ਦਾ ਪੈਕੇਜ ਦੇਵੇ, ਫੰਡ ਦਾ ਪੈਕੇਜ ਦੇਵੇ, ਕਿਉਂਕਿ ਸਾਡੇ ਬਹੁਤ ਨੁਕਸਾਨ ਹੋਇਆ, ਸੜਕਾਂ ਟੁੱਟੀਆਂ, ਪੁਲ ਟੁੱਟੇ ਆ, ਬ੍ਰਿਜ ਟੁੱਟੇ ਆ, ਲੋਕਾਂ ਦੇ ਘਰਾਂ ਦਾ ਨੁਕਸਾਨ ਹੋਇਆ, ਗੱਡੀਆਂ ਦਾ ਨੁਕਸਾਨ ਹੋਇਆ, ਬਹੁਤ ਚੀਜ਼ਾਂ ਖਰਾਬ ਹੋਈਆਂ। ਸੋ ਇੱਕ ਰਿਲੀਫ ਪੈਕੇਜ ਦੇ ਤੌਰ ਤੇ ਸਾਨੂੰ ਸੈਂਟਰ ਫੰਡ ਦੇਵੇ, ਪਹਿਲੀ ਗੱਲ ਤਾਂ। ਦੂਜੀ ਗੱਲ ਇਹ ਹੈ ਸਿੱਧੂ ਸਾਹਿਬ ਕਿ ਪੰਜਾਬ ਦੇ ਵਿੱਚ ਤੁਸੀਂ ਦੇਖੋ ਕਿ ਲੋਕ ਗੁਹਾਰ ਲਾਉਂਦੇ ਰਹਿ ਗਏ, ਲੇਕਿਨ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣਾ ਜਿਹੜੇ ਹਿਸਾਬ ਨਾਲ ਇਹਨਾਂ ਨੂੰ ਐਕਟ ਕਰਨਾ ਚਾਹੀਦਾ ਸੀਗਾ ਬਿਲਕੁਲ ਨਹੀਂ ਕੀਤਾ। ਇਹਨਾਂ ਦੀ ਸਰਕਾਰ ਤੁਸੀਂ ਦੇਖੋ ਕਿਉਂਕਿ ਪਹਿਲਾਂ ਵਿਅਸਤ ਕਿੰਨੀ ਸੀਗੀ ਹੋਰ ਕੰਮਾਂ ਦੇ ਵਿੱਚ, ਆਪਦੀ ਐਡਵਰਟਾਈਜ਼ਿੰਗ 'ਚ, ਮਾਰਕੀਟਿੰਗ 'ਚ, ਬ੍ਰਾਂਡਿੰਗ 'ਚ, ਹਰਿਆਣੇ ਜਾਣ ਦੇ ਵਿੱਚ, ਫਿਰ ਮਮਤਾ ਜੀ ਨੂੰ ਮਿਲਣ ਗਏ, ਭਗਵੰਤ ਮਾਨ ਸਾਹਿਬ, ਠਾਕਰੇ ਸਾਹਿਬ ਨੂੰ ਮਿਲਣ ਗਏ, ਪਵਾਰ ਸਾਹਿਬ ਨੂੰ ਮਿਲਣ ਗਏ। ਵੀ ਤੁਸੀਂ ਜਦੋਂ ਪਤਾ ਵੀ ਮੌਨਸੂਨ ਆ ਰਹੇ ਹੈ, ਇਸ ਵਕਤ ਮੀਂਹ ਪੈ ਸਕਦੇ ਹੈ, ਵੈਦਰ ਫੋਰਕਾਸਟ ਹੁੰਦੀ ਹੈ,
ਤੁਹਾਡੇ ਕੋਲ ਮਸ਼ੀਨਰੀ ਹੈ ਸਾਰੀ, ਉਹਦੇ ਬਾਵਜੂਦ ਤੁਸੀਂ ਕੋਈ ਐਡਵਾਂਸ ਪਲਾਨ ਕਿਉਂ ਨਹੀਂ ਡਰਾਫਟ ਕੀਤਾ? ਇਹ ਆਮ ਆਦਮੀ ਪਾਰਟੀ ਦੀ ਇਨਕੰਪੀਟੈਂਸ ਤੇ ਐਕਸਪੀਰੀਅੰਸ ਦਾ ਸਰਟੀਫਿਕੇਟ ਹੈ। ਦੂਜਾ ਸਿੱਧੂ ਸਾਹਿਬ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਉਹ ਹਜੇ ਤੱਕ ਇਹ ਨਹੀਂ ਦੱਸ ਪਾ ਰਹੀ ਹੈ ਕਿ ਪੈਕੇਜ ਕਦੋਂ ਤੱਕ ਦੇ ਦੂ, ਜਿਹੜਾ ਰਿਲੀਫ ਪੈਕੇਜ ਹੈ, ਕਿਉਂਕਿ ਆਲਰੇਡੀ ਪੰਜਾਬ ਨੇ ਬਹੁਤ ਸਫਰ ਕਰ ਲਿਆ। ਤੇ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਨਹੀਂ ਤਜਰਬਾ ਹੈਗਾ, ਨਹੀਂ ਉਹ ਪੈਸੇ ਮੰਗ ਰਹੇ, ਤੇ ਇਹਦੇ ਚ ਪੰਜਾਬ ਦੇ ਲੋਕਾਂ ਦਾ ਤਾਂ ਕੋਈ ਕਸੂਰ ਨਹੀਂ। ਮੈਂ ਕਪੂਰ ਸਾਹਿਬ ਨੂੰ ਪੁੱਛਦਾ, ਜੇ ਕਹਿ ਰਹੇ ਕਿ ਹਰੇਕ ਤਰ੍ਹਾਂ ਦੀ ਮਦਦ ਸੈਂਟਰ ਕਰਨ ਨੂੰ ਤਿਆਰ ਹੈ, ਤੇ ਕਦੋਂ ਤੱਕ ਸੈਂਟਰ ਸਾਨੂੰ ਰਿਲੀਫ ਪੈਕੇਜ ਦਊਗੀ? ਕੀ ਸੈਂਟਰ 1000 ਕਰੋੜ ਦਾ ਰਿਲੀਫ ਪੈਕੇਜ ਦੇਣ ਨੂੰ ਤਿਆਰ ਹੈ? ਪਹਿਲਾ ਸਵਾਲ ਹਾਂ ਜਾਂ ਨਾ। ਜੇ ਨਹੀਂ ਹੈ ਤੇ ਫਿਰ ਕਿੰਨੇ ਪੈਸੇ ਦਾ ਪੈਕੇਜ ਸੈਂਟਰ ਦੀ ਸਰਕਾਰ ਦੇਣ ਨੂੰ ਰੈਡੀ ਹੈ? ਦੂਜਾ, ਕਦੋਂ ਤੱਕ ਦਊਂਗੇ? ਸੈਂਟਰ ਨੂੰ ਐਟਲੀਸਟ 15 ਜੁਲਾਈ ਤੱਕ ਇਹ ਚੀਜ਼ ਇਨਸ਼ੋਰ ਕਰਨੀ ਚਾਹੀਦੀ ਹੈ। ਜੇ ਨਹੀਂ ਕਰ ਸਕਦੇ ਤਾਂ ਕਪੂਰ ਸਾਹਿਬ ਦੱਸ ਦੇਣਾ ਵੀ ਕਦੋਂ ਤੱਕ ਕਰਨਗੇ, ਤਰੀਕ ਵੀ ਦੱਸਣ, ਕਿਉਂਕਿ ਹਵਾਈ ਗੱਲ ਜਿਹੜੀ ਹੈ ਸਿੱਧੂ ਸਾਹਿਬ, ਉਹ ਲੋਕਾਂ ਦੀ ਚੰਗੀ ਨਹੀਂ ਹੈ। ਅਗਲਾ ਕਿ ਮੈਂ ਸੀਐਮ ਸਾਹਿਬ ਨੂੰ ਪੁੱਛਣਾ ਚਾਹਣਾ, ਭਗਵੰਤ ਮਾਨ ਸਾਹਿਬ ਨੂੰ, ਕਿ ਅਦਰਵਾਈਜ਼ ਤਾਂ ਭਗਵੰਤ ਮਾਨ ਸਾਹਿਬ ਤੁਸੀਂ ਬਹੁਤ ਟਵੀਟਸ ਕਰਦੇ ਹੋ, ਬਹੁਤ ਐਕਟਿਵ ਹੋ ਤੁਸੀਂ ਜਦੋਂ ਬਿਆਨਾਤ ਜਾਰੀ ਕਰਦੇ ਹੋ, ਤੇ ਪੰਜਾਬ ਦੇ ਹੱਕਾਂ ਲਈ ਤੁਸੀਂ ਕਿਉਂ ਨਹੀਂ ਸੈਂਟਰ ਨੂੰ ਰਿਕੁਐਸਟ ਕਰ ਰਹੇ ਵੀ ਪੈਸੇ ਦਿਓ? ਕਿਉਂ ਨਹੀਂ ਸੈਂਟਰ ਨਾਲ ਮੁਲਾਕਾਤ ਕਰਨ ਦੀ ਕੋਸ਼ਿਸ਼ ਕਰ ਰਹੇ? ਕੋਈ ਮਿਨਿਸਟਰ ਨਾਲ, ਕੋਈ ਕੰਸਰਨ ਮਿਨਿਸਟਰਸ ਹੋਣ, ਪ੍ਰਧਾਨ ਮੰਤਰੀ ਸਾਹਿਬ ਹੋਣ, ਅਮਿਤ ਸ਼ਾਹ ਸਾਹਿਬ ਹੋਣ। ਤੇ ਆਮ ਆਦਮੀ ਪਾਰਟੀ ਦੀ ਸਰਕਾਰ ਉਹ ਸਰਕਾਰ ਹੈ ਜਿਹੜੀ ਪੰਜਾਬ ਦੇ ਹੱਕਾਂ ਤੇ ਸੋ ਰਹੀ ਹੈ ਸਿੱਧੂ ਸਾਹਿਬ। ਤੇ ਲਾਸਟ ਚੀਜ਼ ਇਹ ਹੈ ਕਿ ਕੇਜਰੀਵਾਲ ਸਾਹਿਬ ਨੇ ਦਿੱਲੀ ਦੇ ਵਿੱਚ ਆਲਰੇਡੀ ਕਹਿਤਾ ਹੈ, ਕਹਿੰਦੇ ਦਿੱਲੀ ਦਾ ਜਿਹੜਾ ਸਿਸਟਮ ਹੈ ਉਹ ਤਿਆਰ ਨਹੀਂ ਹੈ ਇਹ ਜੇ ਮੀਂਹ ਦਾ ਮੁਕਾਬਲਾ ਕਰਨ ਲਈ। ਕੈਪੇਬਿਲਿਟੀ ਮਤਲਬ ਕਿ ਸਾਡੇ ਸਿਸਟਮ ਦੇ ਵਿੱਚ ਹੈ ਨਹੀਂ, ਇਹ ਆਪਦੇ ਹੱਥ ਆਲਰੇਡੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਖੜੇ ਕਰ ਲਏ ਦਿੱਲੀ ਦੇ ਵਿੱਚ। ਜੀ ਤੇ ਪੰਜਾਬ ਦੀ ਸਰਕਾਰ ਉਹਨਾਂ ਦੇ ਨਕਸ਼ੇ ਕਦਮ ਤੇ ਚੱਲਦੀ ਹੈ ਸਿੱਧੂ ਸਾਹਿਬ, ਤੁਹਾਨੂੰ ਪਤਾ ਹੈ। ਸੋ ਦਿੱਲੀ ਦੇ ਵਿੱਚ ਵੀ ਬਹੁਤ ਨੁਕਸਾਨ ਹੋਇਆ ਹੈ ਆਮ ਆਦਮੀ ਪਾਰਟੀ ਦੀ ਮਿਸਮੈਨੇਜਮੈਂਟ ਕਰਕੇ, ਪੰਜਾਬ ਦੇ ਵਿੱਚ ਵੀ ਬਹੁਤ ਨੁਕਸਾਨ ਹੋਇਆ ਹੈ, ਤੇ ਬੀਜੇਪੀ ਸਾਡੀ ਮਦਦ ਨਹੀਂ ਕਰ ਰਹੀ। ਜਿਹੜੇ ਸਵਾਲ ਪੁੱਛੇ ਹੈ ਇਹਨਾਂ ਦਾ ਜਵਾਬ ਲੈ ਲਓ ਬੀਜੇਪੀ ਤੋਂ। ਥੈਂਕ ਯੂ ਕਟਿਆਲ ਸਾਹਿਬ। ਮੈਂ ਲੈਣਾ ਜਵਾਬ ਆਪਾਂ ਪ੍ਰੋਫੈਸਰ ਮਨਜੀਤ ਸਿੰਘ ਦਾ ਵੀ। ਪ੍ਰੋਫੈਸਰ ਮਨਜੀਤ ਸਿੰਘ, ਜੋ ਸਥਿਤੀ ਪੰਜਾਬ ਦੀ ਬਣੀ ਆ, ਬਾਕੀ ਮਹਿਮਾਨਾਂ ਨੇ, ਕਿਸਾਨ ਆਗੂਆਂ ਨੇ, ਸਾਡੇ ਜਿਹੜੇ ਰਾਜਸੀ ਬੁਲਾਰੇ ਆ, ਉਹਨਾਂ ਨੇ ਵੀ ਸਥਿਤੀ ਸਪਸ਼ਟ ਕੀਤੀ ਹੈ, ਆਪ ਦੀ ਗੱਲ ਵੀ ਕੀਤੀ ਹੈ, ਕੇਂਦਰ ਦੀ ਸਥਿਤੀ, ਉਹਦੀ ਮਦਦ ਦੇ ਮਾਮਲਿਆਂ ਨੂੰ ਲੈ ਕੇ ਵੀ ਬਹੁਤ ਸਾਰੇ ਸਵਾਲ ਹੈ। ਸਵਾਲ ਇੱਕ ਦੂਜੇ ਦੇ ਖਿਲਾਫ ਜਾਂ ਇੱਕ ਦੂਜੇ ਦੀ ਹਮਾਇਤ ਹੋ ਸਕਦੇ ਹੈ, ਪਰ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜੋ ਵੀ ਸਥਿਤੀ ਬਣੀ ਹੈ ਭੁਗਤਣਾ ਪੰਜਾਬੀਆਂ ਨੂੰ ਪੈ ਰਿਹਾ। ਸਿੱਧੂ ਸਾਹਿਬ, ਇਸ ਸਾਰੀ ਡਿਬੇਟ ਦੇ ਨਾ ਦੋ ਪਹਿਲੂ ਹੈ। ਇੱਕ ਤੇ ਹੈ ਸਾਡਾ ਵਿਕਾਸ ਮਾਡਲ ਦਾ। ਜਦੋਂ ਅਸੀਂ ਵਿਕਾਸ ਮਾਡਲ ਹੀ ਇਹ ਬਣਾ ਲਿਆ, ਭਾਵੇਂ ਉਹ ਉੱਤਰਾਖੰਡ ਆ, ਭਾਵੇਂ ਉਹ ਹਿਮਾਚਲ ਆ, ਕੱਟ ਕੇ ਸੁਰੰਗਾਂ ਬਣਾ ਕੇ ਇੰਨੀ ਤਬਾਹੀ ਪਹਾੜਾਂ 'ਚ ਕੀਤੀ ਹੋਈ ਹੈ ਕਿ 164 ਸੜਕਾਂ ਬੰਦ ਕਰਨੀਆਂ ਪਈਆਂ ਇੱਕੋ ਏਰੀਏ ਦੇ ਵਿੱਚ। ਕਿਉਂ? ਹਿਮਾਚਲ ਦੀ ਮੈਂ ਗੱਲ ਕਰ ਰਿਹਾ, ਪੰਜਾਬ ਤੇ ਮੈਂ ਆਉਣਾ। ਇਹ ਜਿਹੜਾ ਸਾਡਾ ਵਿਕਾਸ ਦਾ ਮਾਡਲ ਆ, ਅਸਲ ਵਿੱਚ ਇਨਸਾਨੀਅਤ ਦਾ ਤੇ ਕੁਦਰਤ ਦਾ ਵਿਨਾਸ਼ ਦਾ ਮਾਡਲ ਹੈਗਾ। ਇਹ ਸਸਟੇਨੇਬਲ ਨਹੀਂ ਹੈਗਾ। ਕਾਰਨ ਮੈਂ ਦੱਸਦਾ ਹਾਂ। ਇੰਨੀ ਕਟਾਈ ਜੰਗਲਾਂ ਦੀ, ਪਹਾੜਾਂ ਦੀ, ਨਦੀਆਂ ਨਾਲਿਆਂ ਦੀ ਤਬਾਹੀ ਮਚਾਈ ਹੋਈ ਆ। ਕੋਈ ਟਾਊਨ ਪਲੈਨਿੰਗ ਨਹੀਂ, ਕੋਈ ਜਿਸ ਤਰ੍ਹਾਂ ਇਹ ਕਹਿ ਰਹੇ ਸੀਗੇ ਸੰਜੇ ਸਾਹਿਬ ਜਾਂ ਹੋਰ ਵੀ ਸਾਡੇ ਸਾਰੇ ਬੰਦੇ ਅਸੀਂ ਜਾਣਦੇ ਹਾਂ ਅਰਬਨਾਈਜੇਸ਼ਨ ਕਿਵੇਂ ਹੋਣੀ ਆ, ਕਿੱਦਾਂ ਹੋਣੀ ਆ, ਕੋਈ ਪਲੈਨਿੰਗ ਨਹੀਂ ਹੈ। ਸਾਰਾ ਕੁਛ ਹੁਣ ਦੇਸ਼ ਦੇ ਅੰਦਰ 33% ਫੋਰੈਸਟ ਚਾਹੀਦੇ ਆ, ਜੰਗਲ ਚਾਹੀਦੇ ਆ ਇੱਕ ਟੈਂਪਰੇਚਰ ਨੂੰ ਲੈਵਲ ਰੱਖਣ ਲਈ, ਤਾਂ ਕਿ ਟੈਂਪਰੇਚਰ ਬਹੁਤ ਉੱਚਾ ਨਾ ਜਾਏ, ਤਾਂ ਇੱਕ ਜਿਹੜੇ ਮੌਨਸੂਨ ਆ ਉਹ ਆਪਣੇ ਨੋਰਮਲ ਢੰਗ ਦੇ ਨਾਲ ਇੱਥੇ ਬਿਹੇਵ ਕਰਨ। ਉਹਦੇ ਨਾਲ ਜਦੋਂ ਤੁਸੀਂ ਇਹ ਸਾਰੀ ਚੀਜ਼ ਨਹੀਂ, ਇਸ ਵੇਲੇ 22% ਹੈਗਾ ਤੁਹਾਡੇ ਕੋਲ ਜੰਗਲ ਪੰਜਾਬ ਦੇ ਅੰਦਰ। ਮੈਂ ਹੈਰਾਨ ਆ ਕਿ ਤੁਹਾਨੂੰ ਪਤਾ ਜੰਗਲ ਕਿੰਨਾ ਹੈ? 4.25% ਵੀ ਨਹੀਂ ਹੈ। 3.5% ਦੇ ਕਰੀਬ, ਜਿੱਥੇ 33% ਚਾਹੀਦੇ ਆ। ਤਬਾਹੀਆਂ ਨਹੀਂ ਹੋਣਗੀਆਂ ਤੇ ਹੋਰ ਕੀ ਹੋਣੇ? ਛੱਡਿਆ ਹੀ ਕੁਛ ਨਹੀਂ ਅਸੀਂ, ਕੋਈ ਇੰਚ ਛੱਡਿਆ ਜਿੱਥੇ ਅਸੀਂ ਨਹੀਂ ਖਿਲਵਾੜ ਕਰਦੇ। ਤੇ ਜਦੋਂ ਕੁਦਰਤ ਦੇ ਨਾਲ ਸਾਡੇ ਵਿਕਾਸ ਮਾਡਲ ਏਡੇ ਵੱਡੇ ਪੱਧਰ ਦੇ ਉੱਤੇ ਵਿਨਾਸ਼ ਵੱਲ ਲੈ ਜਾਣਗੇ, ਤਾਂ ਫਿਰ ਉਹਦਾ ਰਿਐਕਸ਼ਨ ਵੀ ਉੱਡਾ ਹੀ ਵੱਡਾ ਹੋਊਗਾ। ਇਹ ਇੱਥੇ ਨਹੀਂ ਹੋ ਰਿਹਾ, ਇਹ ਅਮਰੀਕਾ ਤੋਂ ਲੈ ਕੇ ਸਾਰੇ ਦੇਸ਼ਾਂ ਦੇ ਵਿੱਚ ਹੋ ਰਿਹਾ। ਹੁਣੇ ਮੈਂ ਪੜ੍ਹ ਰਿਹਾ ਸੀਗਾ ਕਿ ਯੂਰਪੀਅਨ ਕੰਟਰੀ ਦੇ ਵਿੱਚ 60,000 ਮੌਤਾਂ ਹੀਟ ਵੇਵ ਕਰਕੇ ਹੋ ਗਈਆਂ। ਇਹ ਦੂਸਰੀ, ਜਿੰਨਾ ਅਸੀਂ ਵਿਕਾਸ ਮਾਡਲ ਦਾ ਉਹ ਵੀ ਹਿੱਸਾ ਹੈ, ਕਾਰਬਨ ਦਾ ਜਿੰਨਾ ਹਵਾ ਦੇ ਵਿੱਚ ਹੋ ਰਿਹਾ, ਜਿਹੜਾ ਗ੍ਰੀਨ ਹਾਊਸ ਇਫੈਕਟ ਹੁੰਦਾ, ਉਹਦੇ ਨਾਲ ਜਿਹੜੀ ਹੀਟ ਆ ਉਹ ਟਰੈਪ ਹੋ ਜਾਂਦੀ ਆ, ਅਤੇ ਉਹਦੇ ਨਾਲ ਸਡਨ ਟੈਂਪਰੇਚਰ ਜ਼ਿਆਦਾ ਹੋ ਕੇ ਪੋਲਰ ਦਾ ਹੋਰ ਦਾ ਉਹ ਸਾਰਾ। ਮੈਂ ਇਹ ਕਹਿੰਦਾ ਕਿ ਜਿਹੜਾ ਐਨਵਾਇਰਮੈਂਟਲ ਡਿਜ਼ਾਸਟਰ ਹੈ
ਟੋਟਲ ਜਿਹੜੇ ਸਾਡੇ ਹੁਣ ਵਾਲੇ ਮਾਡਲ ਜਿਹੜੇ ਦੇਸ਼ਾਂ 'ਚ ਅਸੀਂ ਫਾਲੋ ਕਰ ਰਹੇ ਹਾਂ ਉਹਦਾ ਬਹੁਤ ਜ਼ਿਆਦਾ ਹੱਥ ਆ। ਜਿੰਨੇ ਮਰਜ਼ੀ ਤੁਸੀਂ ਇੱਥੇ ਲਾ ਲਓ, ਬੰਨ ਲਾ ਲਓ, ਇਹ ਕਰ ਲਓ, ਜਦੋਂ ਪਾਣੀ ਆ ਹੀ ਇੰਨਾ ਜਾਣਾ ਉਹਨੇ ਛੱਡਣਾ ਕੁਛ ਨਹੀਂ, ਉਹਨੇ ਤਬਾਹੀ ਮਚਾਉਣੀ ਆ। ਦੂਜੀ ਗੱਲ ਇਹ ਹੈਗੀ ਸਾਡੀ ਦੇਸ਼ ਦੀ ਬੜੀ ਘਟੀਆ ਤੇ ਡੁਪਲੀਕੇਟ ਪੋਲਿਟਿਕਸ, ਜਿਹੜੀ ਸਿਰਫ ਤੇ ਸਿਰਫ ਵੋਟਾਂ ਦੀ ਪੋਲਿਟਿਕਸ ਆ, ਹੋਰ ਕੁਛ ਨਹੀਂ। ਉਹ ਲੋਕਾਂ ਨੂੰ ਇੱਕ ਸਮਝਦੇ ਇਹ ਸਾਡੀ ਖੇਤੀ ਹੈ, ਇਹੀ ਵੱਢ ਕੇ ਅਸੀਂ ਜੀਣਾ, ਤੇ ਉਹ ਕੀ ਆ, ਉਹ ਵੋਟਾਂ। ਲੋਕਾਂ ਨੂੰ ਉਹ ਬੰਦੇ ਸਮਝਦੇ ਹੀ ਨਹੀਂ, ਨਾ ਉਹਨਾਂ ਨੂੰ ਕੋਈ ਦੇਸ਼ ਪਿਆਰ ਆ, ਨਾ ਕੋਈ ਉਹਨਾਂ ਨੂੰ ਲੋਕ ਪਿਆਰ ਆ, ਨਾ ਧਰਤੀ ਨਾਲ ਪਿਆਰ ਆ, ਨਾ ਕੋਈ ਉਹਨਾਂ ਦਾ ਮਿਆਰ ਆ, ਨਾ ਕੋਈ ਉਹਨਾਂ ਦੀ ਆਈਡੀਆਲੋਜੀ ਰਹਿ ਗਈ ਹੈ। ਮੈਂ ਤਾਂ ਕਹਿੰਦਾ ਕੋਈ ਪਾਰਟੀ ਨੂੰ ਵੀ ਆਪਣੀ ਨੂੰ ਕੋਈ ਨਹੀਂ ਸਮਝਦਾ, ਨਹੀਂ ਤਾਂ ਪਾਰਟੀ ਨੂੰ ਮਾਂ ਵਾਂਗੂ ਸਮਝਦੇ ਸੀ, ਦੇਸ਼ ਨੂੰ ਤਾਂ ਕੀ ਸਮਝਣਾ। ਉਹ ਤਾਂ ਪਾਰਟੀ ਦੂਏ ਦਿਨ ਬਦਲ ਕੇ ਆਓ ਮਾਰਦੇ, ਜਿਵੇਂ ਕੋਟ ਵੀ ਨਹੀਂ ਕੋਟ ਬਦਲਦੇ ਵੀ ਬੰਦਾ ਸੋ ਲੱਗਦਾ ਯਾਰ ਮੇਰਾ 5-4 ਹਜ਼ਾਰ ਰੁਪਇਆ ਖਰਚਾ ਆ, ਮੈਂ ਨਾ ਬਦਲਾਂ। ਕੁਛ ਨਹੀਂ ਹੈ। ਇਹ ਜਿਹੜੇ ਸਾਡੇ ਪੋਲੀਟੀਸ਼ੀਅਨ ਆ, ਜਿਸ ਕਿਸਮ ਦੀ ਵੀ ਪੋਲਿਟਿਕਸ ਇੰਡੀਆ ਦੇ ਵਿੱਚ ਅਸੀਂ ਫਾਲੋ ਕਰ ਰਹੇ ਹਾਂ, ਦਿੱਲੀ 'ਚ ਦੇਖ ਲਓ ਤੁਸੀਂ, ਹੁਣ ਇਸੇ ਨਾਲ ਗੱਲ ਨਾਲ ਜੋੜ ਕੇ ਦੇਖ ਲੈਂਦੇ ਹਾਂ, ਕਿੰਨੀਆਂ ਕਲੋਨੀਆਂ ਪਿੰਡਾਂ ਤੋਂ ਗਰੀਬ ਗੁਰਬੇ ਆਉਂਦੇ, ਉਹ ਆ ਕੇ ਬਹਿ ਜਾਂਦੇ ਜਿੱਥੇ ਜਗ੍ਹਾ ਮਿਲਦੀ, ਉਹ ਨਹੀਂ ਕਿਰਾਇਆ ਦੇ ਸਕਦੇ, ਇੰਨਾ ਕਿਰਾਇਆ ਉੱਚਾ। ਪਿੰਡਾਂ 'ਚ ਕੁਛ ਹੈ ਨਹੀਂ, ਸ਼ਹਿਰਾਂ 'ਚ ਕੰਮ ਕਰਨ ਆਉਂਦੇ ਆ, ਜਿਹੋ ਜਿਹਾ ਕੰਮ ਮਿਲਦੇ ਆ ਢਿੱਡ ਪਾਲਦੇ। हौली हौली पॉलिटिशियन आते, चिंता ना करो हम आपको पूरी की पूरी कॉलोनी 100 कॉलोनी 2000 कॉलोनी, वो जिस तरह मोदी जी जाके 50 करोड़ 100 करोड़ 1000 करोड़ कितने करोड़, वो हाल इस तरीके ना उदों बोलियां लगदियां गरीबां दी रेजिडेंशियल एरिए दियां, ते बहुत सारियां कीतियां भी आ है ही। केजरीवाल उन्होंने दिल्ली च वो कलोनियां जिथे जिवें बैठ गया उंज ही रेगूलराइज कर देनियां आ, फिर तुसीं पानी दा बहा कित्थे जाऊगा। यही गल पंजाब दे विच भी हैगा आ, कोई टाउन प्लैनिंग अर्बन प्लैनिंग का कोई मतलब ही नहीं है। हुण वालियां ने भी क्या, इन्होंने भी क्या, हुण अमन अरोड़ा जां होर सारे वैसे ही रैगूलराइज करांगे। भाई जो तुसी बंदे बाहरों आउंदे आ उन्हां नूं उदों ही वेले सिर चंगी जगह सच्ची सुच्ची जगह बना के दिओ ना। साडे देश दे वासी आ, तुहाडे देश पंजाब नूं सूबे नूं आके इन्ना रिच कर रहे आ, सस्ती लेबर दिंदे आ, होर सारा कुछ दिंदे, साडा फर्ज बनदा कि असीं उन्हां दी उस किस्म दा बिल्कुल पैसा चलो समय दे लिहाज नाल बिल्कुल विकास मॉडल दी तुसीं गल कर रहे हो तां है ही है, पर सवाल ये भी है जिहड़े साडे नदियां नाले है बहुत वड्डा एक इंफ्रास्ट्रक्चर है, कोई छोटा नहीं। उहदे बन्नां दा सवाल है, उन्हां दी मजबूती दा सवाल है, उन्हां दी साफ सफाई का सवाल है, जिहड़ा कि फौरी तौर पर एक मौसम तो पहलां करन दी लोड़ हुंदी है। उहदी अणगहली भी एक वड्डी वजह जरूर बनती है। नहीं वो बिल्कुल ठीक है तुहाडी गल, वो तो किसी ने भी नहीं अजे तक, मैनूं नहीं लगता है जे इन्ना पानी मान लो अज कांग्रेसी सरकार हुंदी इन्ना पानी उहदे रोक लैंदे, मुश्किल है। इसलिए ये तो एक कंसिस्टेंट पॉलिसी होनी चाहिए हैगी, है नहीं कि तुसीं हुण हो की रहा सीगा। भगवंत मान केजरीवाल दे नाल रल के मध्य प्रदेश च रैली कर रहे सी ते मुफ्त बिजली का प्रचार कर रहे, तो फिर अगले दिन हरियाणे च कर रहे सी रैली, ते इत्थे पानी का हड़ आया सी, लोग त्राह कर रहे सी। इन्हां नूं तो सवाए वोटां तो मतलब ही कोई नहीं है पॉलिटिक्स। थैंक यू ग्रेसा, इस मुद्दे ते फिर आने आपां बाकी मेहमानां दे भी समय दे लिहाज नाल मैं जरूर आपां कमेंट लेने। कपूर साहब बाकी तो जिद्दां हाई आ गल कि तबाही की गल है, बारिश करके है, चाहे समय सिर जिहड़ियां इंतजामात नहीं हुए। एक केंद्रवाल सवाल जिहड़ा हैगा मुख विरोधी धुर दे बुलारे खडियाल हुणां ने भी लिया इस मामले नूं कि जदों आपां फंड्स मुहैया करन दी गल करदे हां ते जदों फौरी ज़रूरत हैगी है कि केंद्र फंड मुहैया करेगा या नहीं करेगा, जे नहीं करेगा तो क्यों नहीं करेगा आपां कहंदे हैं, पर इहदे नाल अमल किस तरह होएगा? सिद्धू साहब ऐसा है केंद्र हमेशा ही हर स्टेट की मदद ਲਈ ਤਿਆਰ ਰਹਿੰਦਾ ਹੈ। ਕੁਦਰਤੀ आपदा फंड है जो केंद्र सरकार स्टेटा की मदद करती रहती है। पर खडियाल साहब की गल में बड़े ध्यान देना सुनी है, पर खडियाल साहब के कहने से या मेरे कहने से या बाजवा जी के कहने से वो फंड रिलीज भी हो जाना एक गवर्नमेंट टू गवर्नमेंट मैटर होता है। गवर्नमेंट को अपने लेवल से मैटर को उठाना पड़ेगा सेंट्रल गवर्नमेंट के नाल, और डेफिनेटली जो मैटर उठाते हैं और अपनी असेसमेंट करके दसते हैं कि सानू इन्ने पैसे 1000 करोड़ की लोड़ है कि 1500 करोड़ की लोड़ है कि 500 करोड़ की लोड़ है। ऐसे सरकार ने एक असेसमेंट बना के पेश ली होती है, सिर्फ एक शब्दा के नाल कह देना कि 1000 करोड़ रुपए की मदद कर दी जाए। हो सकता 1000 करोड़ की मदद भी थोड़ी होवे और ज्यादा मदद की जरूरत होवे उस जगह पे। इत्थे प्रदेश सरकार नूं अपनी सारी असेसमेंट करन तो बाद सेंट्रल गवर्नमेंट नूं एक पैकेज की डिमांड रखनी चाहिए है, और जो आम आदमी पार्टी की सरकार एक सेंटर को डिमांड रखेगी, भारतीय जनता पार्टी डेफिनेटली पंजाब के हितों के मद्देनजर इस जी डिमांड है उसकी हेल्प करेगी, उन्हें सपोर्ट करेगी, और सेंटर नूं कहेगी कि अज की डेट में पंजाब के नुकसान हो रहा है ਉਹਦੇ मद्देनजर केंद्र ਨੂੰ जल्दी तो जल्दी प्रदेश की मदद करनी चाहिए है। पर ਜਿਹੜਾ ਇਹ ਸਾਰਾ प्रोसेस ਹੈਗਾ ਵਾ ना
ਇਹ ਗਵਰਨਮੈਂਟ ਟੂ ਗਵਰਨਮੈਂਟ ਜਾਣਾ ਹੈਗਾ ਵੈ। ਸਾਡੇ ਇੱਥੇ ਬੈਠ ਕੇ ਡਿਬੇਟ ਕਰਨ ਦੇ ਨਾਲ ਸਰਕਾਰ ਨੇ ਰਿਲੀਜ਼ ਨਹੀਂ ਕਰਦੇ ਨੇ, ਅਸੈਸਮੈਂਟ ਦੇਣੀ ਪੈਣੀ ਹੈ ਸਟੇਟ ਗਵਰਨਮੈਂਟ ਨੂੰ, ਕਿਉਂਕਿ ਕੱਲ ਪੈਸਾ ਵੰਡਣਾ ਵੀ ਸਟੇਟ ਗਵਰਨਮੈਂਟ ਦੇ ਅਫਸਰਾਂ ਨੇ ਹੀ ਹੀਗਾ ਵੈ, ਔਰ ਨਾ ਮੈਂ ਵੰਡਣਾ ਹੈਗਾ, ਨਾ ਖੜਿਆਲ ਸਾਹਿਬ ਨੇ ਵੰਡਣਾ, ਔਰ ਨਾ ਹੀ ਬਾਜਵਾ ਸਾਹਿਬ ਨੇ ਵੰਡਣਾ ਹੈਗਾ ਪੈਸਾ। ਓਕੇ, ਥੈਂਕ ਯੂ। ਤੁਹਾਡਾ ਵਿਊ ਪੁਆਇੰਟ ਆ ਗਿਆ ਕਿ ਨਿੱਕਾ ਜਿਹਾ ਸਵਾਲ ਕਪੂਰ ਸਾਹਿਬ, ਸਮਾਂ ਵੀ ਬੜਾ ਸੀਮਿਤ ਹੈ। ਸਵਾਲ ਇਹ ਵੀ ਹੈ ਕਿ ਜਦੋਂ ਆਪਾਂ ਹਰਿਆਣਾ ਤੇ ਪੰਜਾਬ ਦੀ ਗੱਲ ਕਰਦੇ ਹਾਂ, ਘੱਗਰ ਦਰਿਆ ਦੇਖੋ ਦੋਨਾਂ ਰਾਜਾਂ ਦੇ ਵਿਚਕਾਰ ਇੱਕ ਤਕਰੀਬਨ ਸਾਂਝਾ ਹੀ ਵਗਦਾ ਹੈ, ਕਦੇ ਉੱਧਰ ਜਿਹੜਾ ਹੈਗਾ ਨੁਕਸਾਨ ਦੋਨਾਂ ਰਾਜਾਂ ਦਾ ਹੁੰਦਾ ਹੈ। ਇਸ ਮਾਮਲੇ ਤੇ ਦੋਨੇ ਰਾਜਾਂ ਦੀ ਵੀ ਕੋਈ ਪਲੈਨਿੰਗ ਨਹੀਂ ਬਣ ਸਕਦੀ ਆਪਸ ਵਿੱਚ? ਨੁਕਸਾਨ ਹਰਿਆਣੇ ਦਾ ਵੀ ਹੁੰਦਾ, ਨੁਕਸਾਨ ਪੰਜਾਬ ਦਾ ਹੀ ਹੁੰਦਾ ਹੈ। ਇਹ ਕਿਸ ਤਰ੍ਹਾਂ ਦੇ ਇੰਤਜ਼ਾਮਾਤ ਹੈ? देखो गल पता की है, मैं बड़ी कड़वी गल कह लगा सिद्धू साहब के अज देश को आजाद हो 75 साल हो गए हैं, बट हर साल थोड़े साल बाद तुम देखते हो कि हड़ आ जाते हैं, पानी आ जाते हैं। ये चीज़ों के ना एक परमानेंट सोल्यूशन कढ़ने चाहिए हजे भी, ਜਿਹੜੇ ਕਿ ਅਨਫੋਰਚੂਨੇਟਲੀ ਜਿਹੜੀ ਮਰਜ਼ੀ ਸਰਕਾਰਾਂ ਰਹੀਆਂ ਹੋਣ, ਮੈਂ ਸਮਝਦਾ ਕਿ ਜਿਹੜੀਆਂ ਵੀ ਸਰਕਾਰਾਂ ਰਹੀਆਂ ਮੈਂ ਨਾ ਉਹ ਸਾਰੀ ਦੋਸ਼ੀ ਹੈ ਇਸ ਮਾਮਲੇ ਦੇ ਵਿੱਚ। ਓਕੇ, ਇਹਨਾਂ ਨੂੰ ਇੱਕ ਪਰਮਾਨੈਂਟ ਸੋਲੂਸ਼ਨ ਕੱਢਣੇ ਚਾਹੀਦੇ ਹੈਗੇ ਸੀ। ਥੈਂਕ ਯੂ। ਇਹ ਜਿਹੜੀ ਪ੍ਰੋਬਲਮ ਹਰ 2 ਸਾਲਾਂ ਨੂੰ 4 ਸਾਲਾਂ ਨੂੰ, ਥੈਂਕ ਯੂ ਵੈਰੀ ਮਚ। ਔਰ ਲੋਕਾਂ ਦਾ ਇੰਨਾ ਪੈਸਾ, ਲੋਕਾਂ ਦਾ ਇੰਨਾ ਨੁਕਸਾਨ, ਜਾਨੀ ਮਾਲੀ ਨੁਕਸਾਨ ਹੁੰਦਾ ਹੈਗਾ ਵਾ। ਓਕੇ, ਥੈਂਕ ਯੂ। ਨੁਕਸਾਨ ਦਾ ਕੋਈ ਖੜਿਆਲ ਸਾਹਿਬ, ਥੈਂਕ ਯੂ ਯੂ ਜੀ। ਖੜਿਆਲ ਸਾਹਿਬ, ਸੰਖੇਪ ਦੇ ਵਿੱਚ ਮੈਂ ਕਿਸਾਨ ਆਗੂਆਂ ਕੋਲੋਂ ਵੀ ਕਮੈਂਟਸ ਲੈਣਾ ਚਾਹੁੰਦਾ। ਖੜਿਆਲ ਸਾਹਿਬ। ਧੰਨਵਾਦ ਸਿੱਧੂ ਸਾਹਿਬ। ਪਹਿਲਾਂ ਤਾਂ ਮੈਂ ਸਪਸ਼ਟ ਕਰਦਾ ਕਿ ਭਾਰਤੀ ਜਨਤਾ ਪਾਰਟੀ ਦਾ ਵਾਰ-ਵਾਰ ਇਹ ਕਹਿਣਾ ਕਿ ਸਰਕਾਰ ਸਾਡੇ ਤੋਂ ਮੰਗੇ, ਮੈਂ ਜਦੋਂ ਇਹੀ ਸਪਸ਼ਟ ਕਰਤਾ ਕਿ ਸਰਕਾਰ ਇਨਐਕਸਪੀਰੀਅੰਸਡ ਹੈ, ਇਨਕੰਪੀਟੈਂਟ ਹੈ, ਤਜਰਬੇ ਦੀ ਘਾਟ ਹੈ, ਉਹਨਾਂ ਨੂੰ ਨਹੀਂ ਪਤਾ ਸਰਕਾਰ ਕਿਵੇਂ ਚਲਾਉਣੀ ਹੈ, ਤੇ ਉਹਨਾਂ ਦੀ ਗਲਤੀ ਕਰਕੇ ਤੁਸੀਂ ਪੰਜਾਬ ਤੇ ਪੰਜਾਬ ਦੇ ਵਸਿੰਦਿਆਂ ਨੂੰ ਸਜ਼ਾ ਉਹਦੀ ਕਿਉਂ ਦੇ ਰਹੇ ਹੋ? ਨੁਕਸਾਨ ਪੰਜਾਬ ਤੇ ਪੰਜਾਬ ਦੇ ਲੋਕਾਂ ਦਾ ਹੋਇਆ ਹੈ ਤੇ ਸਜ਼ਾ ਵੀ ਪੰਜਾਬ ਤੇ ਪੰਜਾਬ ਦੇ ਲੋਕਾਂ ਨੂੰ ਦੇ ਰਹੇ ਹੋ ਤੁਸੀਂ। ਜੇ ਸਰਕਾਰ ਸਟੇਟ ਦੀ ਨਹੀਂ ਇੰਟਰਵੀਨ ਕਰ ਰਹੀ, ਨਹੀਂ ਉਹਨਾਂ ਨੂੰ ਪਤਾ ਵੀ ਕਿਵੇਂ ਸਿਸਟਮ ਚਲਾਉਣਾ ਹੈ, ਪੈਸੇ ਮੰਗੀਦੇ ਆ, ਕਦੋਂ ਮੰਗੀਦੇ ਆ, ਕਿਵੇਂ ਮੰਗੀਦੇ ਆ, ਕਿਵੇਂ ਵੇਰਵਾ ਦੇਈਦਾ, ਕਿਵੇਂ ਡਿਟੇਲ ਦੇਈਦੀ ਹੈ ਅਸੈਸਮੈਂਟ ਕਰਕੇ, ਤੇ ਤੁਸੀਂ ਤਾਂ ਆਪਦੇ ਵੱਲੋਂ ਇਨੀਸ਼ੀਏਟਿਵ ਲਓ। ਓਕੇ, ਪੰਜਾਬ ਇਹ ਲਾਸਟ ਪੁਆਇੰਟ ਹੈ ਸਾਹਿਬ, ਕਾਇੰਡਲੀ ਜ਼ਰੂਰੀ ਗੱਲ। ਬੀਜੇਪੀ ਨੇ ਮਤਰੇਈ ਮਾਲਾ ਸਲੂਕ ਪੰਜਾਬ ਦੇ ਨਾਲ ਹਮੇਸ਼ਾ ਤੋਂ ਕੀਤਾ ਹੈ, ਚਾਹੇ ਸਾਡੇ ਐਨਐਚਐਮ ਦੇ ਫੰਡ ਰੋਕਣਾ ਹੋਵੇ, ਆਰਡੀਐਫ ਦੇ ਫੰਡ ਰੋਕਣਾ ਹੋਵੇ। 45,000 ਕਰੋੜ ਦਾ ਪੈਕੇਜ ਕਹਿੰਦੇ ਸੀ ਦਵਾਂਗੇ, ਉਹ ਨਹੀਂ ਦਿੱਤਾ, 45 ਰੁਪਏ ਨਹੀਂ ਦਿੱਤੇ। ਆਗੇ ਕਰ ਖੜਿਆਲ ਸਾਹਿਬ, ਵੈਲਿਊ ਕੱਟ ਤੇ ਕੋਈ ਐਗਜ਼ੈਂਪਸ਼ਨ ਨਹੀਂ ਦਿੱਤੀ। ਸੋ ਖੜਿਆਲ ਸਾਹਿਬ ਆ ਗਿਆ। ਬੀਜੇਪੀ ਜਿਹੜਾ ਲਾਸਟ ਪੁਆਇੰਟ ਹੈ ਕਾਈਂਡਲੀ, ਮਤਰੇਈ ਮਾਲਾ ਸਲੂਕ ਜਿਹੜਾ ਪੰਜਾਬ ਨਾਲ ਕਰ ਰਹੀ ਹੈ ਉਹ ਨਾ ਕਰੇ, ਕਿਉਂਕਿ ਇਹਨਾਂ ਨੂੰ ਅੱਜ ਵੀ ਮੈਨੂੰ ਲੱਗਦਾ ਹੈ ਭੁੱਲੇ ਨਹੀਂ ਹੈ ਕਿ ਜਿਹੜੇ ਕ੍ਰਿਸ਼ੀ ਕਾਨੂੰਨ ਸੀਗੇ ਉਹ ਪੰਜਾਬ ਦੇ ਕਿਸਾਨਾਂ ਥੈਂਕ ਯੂ ਵੈਰੀ ਮਚ ਖੜਿਆਲ ਸਾਹਿਬ, ਥੈਂਕ ਯੂ ਵੈਰੀ ਮਚ ਕਰ ਰਹੇ ਆ। ਅਖੀਰਲਾ ਪੁਆਇੰਟ ਮੈਂ ਅਖੀਰਲਾ ਇਹਨਾਂ ਨੂੰ ਇਹ ਪੁੱਛਣਾ ਕਿ ਦੇਖੋ ਜਦੋਂ ਪੀਐਮ ਕੇਅਰਸ ਦੀ ਵਾਰੀ ਆਈ ਸੀ, ਕੋਵਿਡ ਦਾ ਟਾਈਮ ਸੀ ਸਿੱਧੂ ਸਾਹਿਬ, ਉਦੋਂ ਤਾਂ ਨਾਲ ਦੀ ਨਾਲ ਪੀਐਮ ਕੇਅਰਸ ਫੰਡ ਬਣਾਇਆ ਗਿਆ ਸੀਗਾ ਤਾਂ ਕਿ ਮਦਦ ਹੋ ਸਕੇ ਪੂਰੇ ਦੇਸ਼ ਦੀ। ਓਕੇ ਓਕੇ, ਜਦੋਂ ਤੁਸੀਂ ਦੇਖ ਰਹੇ ਹੋ ਡਿਜ਼ਾਸਟਰ ਹੋ ਰਿਹਾ ਹੈ, ਨੁਕਸਾਨ ਹੋ ਰਿਹਾ ਹੈ, ਤੇ ਤੁਸੀਂ ਉਡੀਕ ਕਾਹਦੀ ਕਰ ਰਹੇ ਹੋ? ਜੀ ਖੜਿਆਲ ਜੀ ਆ ਗਈ ਗੱਲ, ਬਿਲਕੁਲ। ਪੀਐਮ ਕੇਅਰਸ ਬਣਾ ਕੇ ਨਾ ਸਿੱਧੂ ਸਾਹਿਬ, ਉਹ ਤੋਂ ਬਾਅਦ ਉਹ ਆਰਟੀਏ ਦੇ ਅੰਡਰ ਹੀ ਨਹੀਂ ਰੱਖਿਆ ਉਹਨੂੰ, ਓਕੇ ਓਕੇ, ਅਥਾਰਟੀ ਨਹੀਂ ਬਣਾਇਆ। ਚਲੋ ਉਸ ਬੀਜੇਪੀ ਆਪ ਫੰਡ ਬਣਾ ਸਕਦੀ ਹੈ, ਜੇ ਬੀਜੇਪੀ ਆਪ ਕਰ ਸਕਦੀ ਹੈ। ਥੈਂਕ ਯੂ ਵੈਰੀ ਮਚ। ਫੰਡ ਹੋਵੇ ਤੇ ਪੈਸਾ ਆਵੇ ਤੇ ਲੋਕਾਂ ਦੇ ਉੱਤੇ। ਥੈਂਕ ਯੂ ਖੜਿਆਲ ਸਾਹਿਬ, ਮਿਹਰਬਾਨੀ। ਕਪੂਰ ਸਾਹਿਬ, ਮੈਂ ਡੈਫੀਨਿਟਲੀ ਤੁਹਾਡੇ ਵੱਲ ਆਉਣਾ ਹੈ। ਮੇਰੀ ਰਿਕੁਐਸਟ ਹੈ ਕਿ ਮੈਂ ਕਿਸਾਨ ਆਗੂਆਂ ਤੋਂ ਛੋਟੇ ਕਮੈਂਟ ਲੈ ਲਾਂ, ਇਕੱਠਾ ਜਵਾਬ ਲਵਾਂਗਾ ਮੈਂ ਤੁਹਾਡੇ ਕੋਲੋਂ, ਤੁਹਾਨੂੰ ਵੀ ਸੌਖਾ ਰਹੇਗਾ। ਹੁਣੇ ਮੈਂ ਆ ਰਿਹਾ ਤੁਹਾਡੇ ਵੱਲ ਜੀ। ਪੰਦੇਰ ਸਾਹਿਬ, ਤੁਹਾਡੇ ਤੋਂ ਮੈਂ ਸਵਾਲ, ਜੋ ਸਥਿਤੀ ਇਸ ਵੇਲੇ ਬਣੀ ਵੀ ਹੈ ਕਿ ਲੱਗਦਾ ਕੇਂਦਰ ਤੇ ਪੰਜਾਬ ਦਾ ਜਿਹੜਾ ਟਕਰਾਅ ਹੈ, ਕੇਂਦਰ ਵਾਲੇ ਕਹਿ ਰਹੇ ਕਿ ਪੰਜਾਬ ਸਾਡੇ ਕੋਲ ਕੋਈ ਗੱਲ ਹੀ ਨਹੀਂ ਰੱਖਦਾ, ਮੰਗ ਹੀ ਨਹੀਂ ਰੱਖਦਾ। ਪੰਜਾਬ ਵਾਲੇ ਇਹ ਕਹਿ ਰਹੇ ਕਿ ਜੇ ਪੰਜਾਬ ਦੀ ਸਰਕਾਰ ਇਸ ਤਰ੍ਹਾਂ ਦੀ ਹੈਗੀ ਹੈ ਤਾਂ ਕੇਂਦਰ ਨੂੰ ਤਾਂ ਕਾਰਵਾਈ ਕਰਨੀ ਚਾਹੀਦੀ ਹੈ। ਇਸ ਮੁੱਦੇ ਤੇ ਤੁਸੀਂ ਕਿਵੇਂ ਦੇਖਦੇ ਹੋ ਸੰਖੇਪ ਦੇ ਵਿੱਚ ਪੰਦੇਰ ਸਾਹਿਬ? ਕਿਉਂਕਿ ਡੁੱਬ ਰਿਹਾ ਪੰਜਾਬ, ਡੁੱਬ ਰਹੇ ਆ ਪੰਜਾਬੀ। ਹਾਂ, ਠੀਕ ਹੈ, ਤੁਹਾਡੀ ਗੱਲ ਹੈ, ਨਹੀਂ ਹੈ ਇਹ ਪੰਜਾਬ ਸਰਕਾਰ ਅਰਾਊਂਡ ਦੇ ਪੰਜਾਬ ਸਰਕਾਰ ਇਹਨਾਂ ਦੀ ਅਰਾਊਂਡ ਲਗਭਗ 1.5 ਸਾਲ ਤੋਂ ਆਇਆ ਹੋਇਆ ਹੈ। ਮੈਂ ਥੋੜਾ ਦੂਜੇ ਪੁਆਇੰਟ ਤੇ ਧਿਆਨ ਦਿਵਾਉਣਾ ਚਾਹੁੰਦਾ ਵੀ ਜੋ ਹਜੇ ਪਾਣੀ ਦੀ ਗੱਲ ਆ, ਸਰਕਾਰ ਨੂੰ ਪਹਿਲੋਂ ਚਾਹੀਦਾ ਪਾਣੀ ਉਤਰਿਆ ਸਾਡੇ ਪੱਧਰ ਤੇ ਪਿੰਡ ਦੇ ਬਾਕੀ ਦਾ ਤੁਹਾਨੂੰ ਸਭ ਦੇਖਣ ਅੱਡ ਹੋਣੀ ਆ। ਜਿਹੜਾ ਇਹ ਗੰਦਾ ਪਾਣੀ ਆ, ਜਦੋਂ ਇਹ ਹੋਣਾ, ਜਦੋਂ ਧੁੱਪ ਲੱਗਣੀ ਆ ਤੇ ਉਹਦੇ ਬਾਹਰ ਜਿਹੜੀਆਂ ਬਿਮਾਰੀਆਂ ਫੈਲਣੀਆਂ, ਉਹ ਅਸੀਂ ਪਿਛਲੀ ਵਾਰ ਵੀ ਦੇਖਿਆ ਜਦੋਂ ਵਾਰ ਉਹਦੇ ਨੁਕਸਾਨ ਹੋਣੇ ਆ। ਜੇ ਸਰਕਾਰ ਸੁਣਦੀ ਆ ਸਾਨੂੰ ਤੇ ਚੀਜ਼ਾਂ ਦਾ ਪਹਿਲੋਂ ਪਰਨੇ ਚਾਹੀਦੇ। ਹੁਣ ਜਿੱਥੇ ਖੜੇ ਆ, ਜਿੱਥੋਂ ਹੁਣ ਜਿਹੜੀਆਂ ਹੁਣ ਇੱਥੋਂ ਸੁਧਾਰਨੀਆਂ ਚਾਹੀਦੀਆਂ।
ਤੇ ਮੈਂ Okay, ਤੁਹਾਡੇ okay. ਰਹੀ ਪੰਜਾਬੀਆਂ ਨੂੰ ਕਹਿਣਾ ਚਾਹੂੰਗਾ, ਪੰਜਾਬੀਆਂ ਦੇ ਦਿਲ ਵੱਡੇ ਆ, ਉਹਨਾਂ ਦਾ ਸਮਾਜਿਕ ਤਾਣਾ ਬਾਣਾ ਬੜੇ ਪੱਧਰ ਤੇ ਯਤਨ ਜਟਾਉਣ, ਸਰਕਾਰਾਂ ਵੱਲ ਮੂੰਹ ਨਾ ਦੇਖਣ, ਭਾਵੇਂ ਓਕੇ, ਸਰਕਾਰਾਂ ਥੈਂਕ ਦੇ ਯੂ। ਫਰਜ਼ ਬਿਲਕੁਲ ਬਣਦੇ। ਬਿਲਕੁਲ, ਮੈਂ ਇਸ ਮੁੱਦੇ ਤੇ ਵੀ ਸੁਨੇਹਾ ਦਿੰਦੇ ਆਪਾਂ। ਪੰਦੇਰ ਸਾਹਿਬ, ਤੁਹਾਡਾ ਸੁਨੇਹਾ ਵੱਡਾ ਹੈਗਾ। ਰਵਿੰਦਰ ਜੀ, ਸੰਖੇਪ ਦੇ ਵਿੱਚ ਤੁਹਾਡੇ ਤੋਂ ਮੈਂ ਕਮੈਂਟ ਲੈਣਾ ਚਾਹਾਂਗਾ ਇਸੇ ਮੁੱਦੇ ਤੇ। ਪੰਜਾਬ ਤੇ ਕੇਂਦਰ ਦੀ ਜੋ ਸਥਿਤੀ ਹੈ, ਪੰਦੇਰ ਸਾਹਿਬ ਦਾ ਕਹਿਣਾ ਕਿ ਸਰਕਾਰਾਂ ਵੱਲਾਂ ਦੇਖੋ, ਆਪਣੇ ਤੌਰ ਤੇ ਮਦਦ ਕਰੋ ਭਾਈਚਾਰੇ ਦੀ। ਦੇਖੋ ਸਿੱਧੂ ਸਾਹਿਬ, ਪੰਜਾਬੀ ਹੁਣ ਵੀ ਇੱਕ ਦੂਜੇ ਦੀ ਮਦਦ ਕਰ ਰਹੇ। ਸਰਕਾਰਾਂ ਹਾਲੇ ਲੇਟ ਪਹੁੰਚੀਆਂ ਨੇ ਜਾਂ ਪ੍ਰਸ਼ਾਸਨ ਦੇ ਕੋਈ ਬੰਦੇ ਲੇਟ ਪਹੁੰਚੇ ਨੇ, ਲੋਕ ਪਹਿਲਾਂ। ਲੋਕਾਂ ਨੇ ਬਹੁਤ ਸਾਰੀਆਂ ਥਾਵਾਂ ਦੀ ਰਿਪੋਰਟ ਕੀਤੀ ਹੈ ਕਿ ਇੱਥੋਂ ਬੰਨ ਟੁੱਟਣ ਵਾਲਾ, ਇੱਥੋਂ ਟੁੱਟਣ ਵਾਲਾ, ਤਾਂ ਜਾ ਕੇ ਪ੍ਰਸ਼ਾਸਨ ਉੱਥੇ ਪਹੁੰਚਿਆ ਹੈ ਤੇ ਕੋਈ ਲੋਕ ਨਾਲ ਲੱਗੇ ਨੇ ਤਾਂ ਚੀਜ਼ਾਂ ਕੁਝ ਸੈੱਟ ਹੋਈਆਂ ਜੀ। ਪਰ ਇੱਕ ਚੀਜ਼ ਮੈਂ ਜ਼ਰੂਰ ਹੈ ਕਿ ਜਿਸ ਹਿਸਾਬ ਨਾਲ ਇਸ ਦੇਸ਼ 'ਚ ਸੈਂਟਰਲਾਈਜੇਸ਼ਨ ਆਫ ਪਾਵਰ ਹੋ ਰਹੀ ਹੈ, ਕੇਂਦਰੀਕਰਨ ਹੋ ਰਿਹਾ, GST ਰਜੀਮ ਰਾਹੀਂ ਸਾਰਾ ਸੈਂਟਰ ਕੋਲੇ ਜਾ ਰਿਹਾ ਹੈ, ਪੰਜਾਬ ਸਰਕਾਰ ਦੇ ਝੋਲੇ 'ਚ ਬਹੁਤ ਜ਼ਿਆਦਾ ਦਾਣੇ ਨਹੀਂ ਬਚੇ ਹੈਗੇ। ਠੀਕ ਹੈ ਕਿ ਇਹਨਾਂ ਨੂੰ ਅਕਲ ਨਹੀਂ ਹੈ ਵੀ ਮੰਗ ਲਈਏ ਪਹਿਲਾਂ, ਜਿਹੜਾ ਖੜਿਆਲ ਸਾਹਿਬ ਨੇ ਕਿਹਾ ਸੀ, ਪਰ ਸੈਂਟਰ ਨੂੰ ਵੀ ਇਸ ਮਾਮਲੇ 'ਚ ਰਿਲੀਫ ਪੈਕੇਜ ਦੇਣਾ ਚਾਹੀਦਾ ਕਿ ਮੰਗਣਗੇ ਫੇਰ ਦਵਾਂਗੇ। ਲੋਕ ਤਾਂ ਹੁਣ ਡੁੱਬ ਰਹੇ ਨੇ ਨਾ ਜੀ, ਲੋਕਾਂ ਨੂੰ ਤਾਂ ਚਾਹੀਦਾ। ਪਰ ਅਫਸੋਸ ਇਹ ਹੈ ਕਿ ਇਸੇ ਤਰ੍ਹਾਂ ਅੱਖਾਂ ਪੂੰਝ ਦਿੱਤੀਆਂ ਜਾਣੀਆਂ ਨੇ। ਜਿਹੜਾ ਵਿਕਾਸ ਮਾਡਲ ਦਾ ਸਵਾਲ ਪ੍ਰੋਫੈਸਰ ਮਨਜੀਤ ਸਿੰਘ ਨੇ, ਮੈਂ ਉਸ ਨੂੰ ਕਿਹਾ ਸੀ ਵੀ ਗੈਰ ਯੋਜਨਾ ਬੰਦੀ ਨਾਲ ਸਾਰੀਆਂ ਚੀਜ਼ਾਂ ਉਸਾਰੀਆਂ ਇਹਨਾਂ ਨੇ। ਓਕੇ, ਬਿਲਕੁਲ ਤੁਹਾਡਾ ਪਹਾੜਾਂ ਤੋਂ ਲੈ ਕੇ ਉਦੋਂ ਤੱਕ, ਤੋਂ ਸਿਰਫ ਇਸ ਕਰਕੇ ਇਸ ਮਾਮਲੇ 'ਚ ਦੋਹੇ ਸਰਕਾਰਾਂ ਹੀ ਕਟਹਿਰੇ 'ਚ ਨੇ। ਦੋਹਾਂ ਨੂੰ ਇਸ ਮਾਮਲੇ 'ਚ ਲੋਕਾਂ ਦੀ ਬਾਂਹ ਫੜਨੀ ਚਾਹੀਦੀ ਆ ਔਰ ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ, ਜਿੱਥੇ ਕੋਈ ਸ਼ਹਿਰਾਂ 'ਚ ਤਬਾਹੀ ਹੋਈ ਆ ਉਹਨਾਂ ਨੂੰ ਵੀ ਉਹਨਾਂ ਦਾ ਬਣਦਾ ਮੁਆਵਜ਼ਾ, ਜੋ ਨੁਕਸਾਨ ਹੋਇਆ ਘਰਾਂ ਦਾ, ਜਿੱਥੇ ਕਿਸਾਨਾਂ ਦੀਆਂ ਫਸਲਾਂ ਡੁੱਬ ਗਈਆਂ, ਖੇਤ ਮਜ਼ਦੂਰ ਇਸ ਸਮੇਂ ਬਹੁਤ ਤੰਗੀ 'ਚ ਹੋਣਗੇ, ਉਹਨਾਂ ਦੀ ਫੌਰੀ ਬਾਂਹ ਫੜਨੀ ਚਾਹੀਦੀ ਹੈ। ਬਿਲਕੁਲ ਰਮਿੰਦਰ ਜੀ, ਧੰਨਵਾਦ। ਆਪਾਂ ਨੂੰ ਸਮਾਂ ਜਾਤ ਨਹੀਂ ਦੇ ਰਿਹਾ, ਬਹੁਤ ਮਿਹਰਬਾਨੀ। ਥੈਂਕ ਯੂ ਵੈਰੀ ਮਚ ਥੈਂਕ ਯੂ ਵੈਰੀ ਮਚ ਪ੍ਰੋਫੈਸਰ ਮਨਜੀਤ ਸਿੰਘ ਦੀ ਸੰਖੇਪ ਦੇ ਵਿੱਚ, ਕਿਉਂਕਿ ਮੈਂ ਕਪੂਰ ਸਾਹਿਬ ਤੋਂ ਜਵਾਬ ਜ਼ਰੂਰ ਲੈਣਾ ਇਸ ਮੁੱਦੇ ਤੇ। ਨਹੀਂ, ਇਹ ਜਿਹੜੀ ਗੱਲ ਦੀ ਧਾਰਨਾ ਬਣਾਉਣੀ ਕਿ ਇਹਨਾਂ ਨੂੰ ਅਕਲ ਨਹੀਂ ਹੈ, ਹੱਦ ਹੋ ਗਈ ਹੈ। ਕੇਜਰੀਵਾਲ ਨੂੰ ਤੇ ਭਗਵੰਤ ਮਾਨ ਨੂੰ ਅਕਲ ਨਹੀਂ ਹੈ ਕਿ ਪੈਸੇ ਕਿਵੇਂ ਮੰਗਣਾ ਜਾਂ ਕੇਂਦਰ ਦੇ ਨਾਲ ਕੀ ਸਾਡਾ ਹਿੱਸਾ ਪੱਤਾ ਬਣਦਾ ਹੈ। ਜੇ ਸੁੱਖੂ ਪਹਿਲੀ ਵਾਰੀ ਚੀਫ ਮਿਨਿਸਟਰ ਬਣਿਆ ਆ, ਉਹ ਇਹ ਮੰਗ ਸਕਦਾ ਕਿ ਸਾਡਾ 1000 ਕਰੋੜ ਦਾ ਨੁਕਸਾਨ ਹੋ ਗਿਆ, ਤੇ ਸਾਨੂੰ ਇਹ ਗੱਲ ਕਰਨੀ ਚਾਹੀਦੀ ਹੈ। ਇਹ ਕੋਈ ਕਿਸੇ ਦੇ ਖੈਰ ਮੰਗਣ ਵਾਲੀ ਗੱਲ ਆ, ਕੋਈ ਇਹ ਹਿੰਡ ਵਾਲੀ ਗੱਲ ਆ? ਇਹ ਬਿਲਕੁਲ ਗਲਤ ਗੱਲ ਆ। ਇਹਨਾਂ ਨੂੰ ਤੁਰੰਤ ਅਸੈਸਮੈਂਟ DCਆਂ ਰਾਹੀਂ ਕਰਵਾ ਕੇ, ਔਰ ਕਿੰਨਾ ਫਸਲਾਂ ਦਾ ਨੁਕਸਾਨ ਹੋ ਚੁੱਕਾ ਆ, ਕਿੰਨਾ ਜਿਹੜਾ ਹੋਰ ਘਰਾਂ ਦਾ ਨੁਕਸਾਨ ਹੋ ਚੁੱਕਾ, ਸ਼ਹਿਰਾਂ ਦੇ ਵਿੱਚ ਬਹੁਤ ਸਾਰੇ ਲੋਕਾਂ ਦਾ ਨੁਕਸਾਨ ਹੋਇਆ, ਉਹ ਸਾਰੇ ਦੀ ਅਸੈਸਮੈਂਟ ਦੇ ਕੇ ਇੱਕ ਜ਼ਰੂਰ ਐਸਟੀਮੇਟ ਤੁਰੰਤ ਭੇਜਣਾ ਚਾਹੀਦਾ। ਥੈਂਕ ਯੂ ਵੈਰੀ ਮਚ ਕਪੂਰ ਸਾਹਿਬ। ਸਾਰੇ ਮਾਮਲੇ ਦਾ ਦੇਖੋ ਜਵਾਬਦੇਹੀ, ਕਿਉਂਕਿ ਕੇਂਦਰ ਸਰਕਾਰ ਦੀ ਨੁਮਾਇੰਦਗੀ ਤੁਸੀਂ ਕਰਦੇ ਹੋ। ਇਤਫਾਕ ਦੀ ਗੱਲ ਹੈ ਕਿ ਸਰਕਾਰ ਦੇ ਨੁਮਾਇੰਦੇ ਹੀ ਤੁਸੀਂ ਹੋ, ਆਪ ਵਾਲੇ ਤਾਂ ਆਉਂਦੇ ਨਹੀਂ, ਆਪਾਂ ਸਾਰੇ ਜਾਣਦੇ ਹਾਂ। ਉਹ ਸਾਰੇ ਮਹਿਮਾਨਾਂ ਨੇ ਗੱਲ ਵੀ ਕੀਤੀ ਹੈ। ਵੱਡੀ ਗੱਲ ਇਹ ਕੀਤੀ ਜਾ ਰਹੀ ਹੈ ਕਿ ਜੇ ਪੰਜਾਬ ਵਾਲਿਆਂ ਦਾ ਵਤੀਰਾ ਇਸ ਤਰ੍ਹਾਂ ਦਾ, ਤਾਂ ਕੇਂਦਰ ਨੂੰ ਇਹਦੇ ਤੇ ਪਹਿਲ ਕਦਮੀ ਕਰਕੇ ਫੌਰੀ ਤੌਰ ਤੇ ਕਾਰਵਾਈ ਕਰਨੀ ਚਾਹੀਦੀ ਹੈ, ਕਿਉਂਕਿ ਕੇਂਦਰ ਵੀ ਪੰਜਾਬ ਦੇ ਲਈ ਉਡੇ ਹੀ ਜ਼ਿੰਮੇਵਾਰ ਹੈ ਜਿਹੜੇ ਆਪ ਵਾਲੇ ਜਾਂ ਕੇਜਰੀਵਾਲ ਜਾਂ ਮੁੱਖ ਮੰਤਰੀ ਭਗਵੰਤ ਮਾਨ ਹੈ। ਜੀ ਕਪੂਰ ਸਾਹਿਬ। ਸਿੱਧੂ ਸਾਹਿਬ, ਐਸਾ ਹੈਗਾ, ਪਹਿਲੀ ਗੱਲ ਤੇ ਮੈਂ ਖੜਿਆਲ ਸਾਹਿਬ ਦੀ ਗੱਲ ਨਾਲ ਬਿਲਕੁਲ ਐਗਰੀਡ ਨਹੀਂ ਸੀਗਾ ਕਿ ਵੀ ਇਹਨਾਂ ਨੂੰ ਅਕਲ ਨਹੀਂ ਹੀ ਆਮ ਆਦਮੀ ਪਾਰਟੀ ਦੀ। ਜੇ ਉਹ ਬੈਠ ਕੇ ਪੰਜਾਬ ਦੀ ਸਰਕਾਰਾਂ ਚਲਾਉਂਦੇ ਪਏ ਹੈਗੀ ਹੈ ਨਾ, ਤੇ ਅਕਲ ਉਹਨਾਂ ਨੂੰ ਪੂਰੀ ਹੀ ਹੈ, ਪੂਰੀ ਉਹਨਾਂ ਕੋਲ ਟੀਮਾਂ ਆਈ ਹੈ। ਔਰ ਮੈਂ ਪ੍ਰੋਫੈਸਰ ਮਨਜੀਤ ਸਿੰਘ ਜੀ ਦੀ ਗੱਲ ਨਾਲ ਬਿਲਕੁਲ ਐਗਰੀਡ ਹਾਂ। ਇਹ ਗੱਲਾਂ ਕਰਨ ਦਾ ਕੋਈ ਤੁਕ ਨਹੀਂ ਗਾ ਕਿ ਉਹਨਾਂ ਨੂੰ ਅਕਲ ਨਹੀਂ ਹੈਗੀ। ਜਿਹੜਾ ਗਵਰਨਮੈਂਟ ਦਾ ਇੱਕ ਸਿਸਟਮ ਹੈਗਾ ਵਾ, ਸਿਸਟਮ ਦੇ ਅਕੋਰਡਿੰਗ ਹੀ ਉਹ ਚੱਲਦਾ ਹੈਗਾ ਵਾ। ਇੱਕ ਅਸੈਸਮੈਂਟ ਹੁੰਦੀ ਹੈ ਹਰ ਏਰੀਏ ਦੀ, ਜਿਹੜੇ DC ਆਫਿਸ ਤੋਂ ਹੋਈ ਹੁੰਦੀ ਹੈ ਕਿ ਉੱਥੇ ਕੀ ਰਿਕੁਆਇਰਮੈਂਟ ਹੈਗੀ ਹੈ। ਸਿਰਫ ਮੈਂ ਇੱਥੇ ਬੈਠ ਕੇ ਡਿਬੇਟ ਦੇ ਉੱਤੇ ਜਾਂ ਖੜਿਆਲ ਸਾਹਿਬ ਬੈਠ ਕੇ ਡਿਬੇਟ ਤੇ ਇੱਕ ਗੱਲ ਕਹਦੀ ਕਿ ਪੈਕੇਜ ਦੇ ਦਿਓ ਜੀ, ਤੇ ਸਰਕਾਰਾਂ ਇੰਜ ਕੰਮ ਜੀ ਕਰਦੀਆਂ ਹੈਗੀਆਂ ਕਿ ਡਿਬੇਟਾਂ ਤੇ ਬੈਠ ਕੇ ਲਿੱਤੇ ਹੋਏ ਡਿਸੀਜ਼ਨ ਤੇ ਸਰਕਾਰਾਂ ਆਪਣੇ ਨਿਰਣੇ ਲੈਣਗੀਆਂ। ਉਹਨਾਂ ਦੇ ਨੀਚੇ ਜਿਹੜੇ ਬਿਊਰੋਕਰੈਟ ਹੈਗੇ ਹੈ, ਉਹਨਾਂ ਦੇ ਅਕੋਰਡਿੰਗਲੀ ਉਹਨਾਂ ਨੇ ਜੋ ਰਿਪੋਰਟਾਂ ਸਬਮਿਟ ਕਰਨੀਆਂ ਹੈਗੀਆਂ, ਉਹਨਾਂ ਦੇ ਬੇਸਿਸ ਤੇ ਡਿਸੀਜ਼ਨ ਲੈਣੇ ਹੈਗੇ ਹੈ। ਪਰ ਇੱਕ ਸਵਾਲ ਕਪੂਰ ਸਾਹਿਬ, ਸਮਾਂ ਵੀ ਬੜਾ ਹੈ ਹੀ ਨਹੀਂ ਆਪਣੇ ਕੋਲ, ਪਰ ਇੱਕ ਸਵਾਲ ਬੜਾ ਅਹਿਮ ਹੈ ਕਿ ਇਹ ਕਿਹਾ ਜਾ ਰਿਹਾ ਕਿ ਭੁਗਤ ਭੋਗੀ ਦਾ ਪੰਜਾਬੀ ਹੈ। ਇਹ ਠੀਕ ਹੈ ਕਿ ਇਹਨਾਂ ਦੀ ਨਲਾਇਕੀ ਆਪ ਸਰਕਾਰ ਦੀ ਜੋ ਵੀ ਹੈਗਾ ਕਰ ਰਿਹਾ, ਪਰ ਉਹਦਾ ਖਮਿਆਜ਼ਾ ਪੰਜਾਬੀਆਂ ਨੂੰ ਭੁਗਤਣਾ ਪੈ ਰਿਹਾ। ਇਸ ਕਰਕੇ ਇਹ ਸਵਾਲ ਉੱਠ ਰਿਹਾ ਕਪੂਰ ਸਾਹਿਬ। ਸਿੱਧੂ ਸਾਹਿਬ, ਮੈਂ ਬਿਲਕੁਲ ਤੁਹਾਡੀ ਗੱਲ ਨਾਲ ਐਗਰੀਡ ਹੈਗਾ। ਜੋ ਤੁਸੀਂ ਗੱਲ ਕਹਿੰਦੇ ਪਏ ਹੋ ਨਾ, ਬਿਲਕੁਲ ਠੀਕ ਕਹਿੰਦੇ ਪਏ ਹੋ ਕਿ ਨੁਕਸਾਨ ਪੰਜਾਬੀਆਂ ਨੂੰ ਹੋਣ ਡਿਆ, ਇਹਨਾਂ ਦੀ ਨਲਾਇਕੀ ਦਾ, ਆਮ ਆਦਮੀ ਪਾਰਟੀ ਦੇ ਲੋਕਾਂ ਦਾ।
ਇਸ ਲਈ ਆਪਾਂ ਕਹਿੰਦੇ ਆ ਕਿ ਇਹ ਬੇਸਿਕਲੀ ਅੱਜ ਇੱਥੇ ਬੈਠ ਕੇ ਗੱਲ ਤੇ ਡਿਬੇਟ ਹੁੰਦੀ ਪਈ ਹੈ, ਇਹ ਗੱਲਾਂ ਸਰਕਾਰਾਂ ਤੱਕ ਵੀ ਜਾਂਦੀਆਂ। ਹੋ ਸਕਦਾ ਹੈ ਕੱਲ ਸਵੇਰ ਤੱਕ ਭਗਵੰਤ ਮਾਨ ਜੀ ਗੱਲ ਕਰਕੇ ਉੱਥੇ ਫਿਰ ਪੈਕੇਜ ਮੰਗ ਵੀ ਲੈਣ, ਕੋਈ ਏਡੀ ਵੱਡੀ ਗੱਲ ਨਹੀਂ ਜੀ, ਜਾ ਜੀ। ਕੇ ਜੇ ਆਪਾਂ ਬੈਠ ਕੇ ਡਿਸਕਸ਼ਨ ਕਰ ਸਕਦੇ ਆ ਤੇ ਸਰਕਾਰ ਦੇ ਵਿੱਚ ਰਿਪੋਰਟ ਨਹੀਂ ਹੈਗੀ ਕਿ ਉਹਨਾਂ ਨੂੰ Thank you. ਪੈਕੇਜ ਲਈ ਮੰਗਣਾ ਚਾਹੀਦਾ ਜਾਂ ਪੈਕੇਜ ਲੈਣਾ ਚਾਹੀਦਾ ਹੈ। ਤਾਂ ਮੈਨੂੰ ਲੱਗਦਾ ਜੀ, ਕਿ ਜੋ ਮੰਗਣਗੇ ਕੇਂਦਰ ਸਰਕਾਰ ਪੂਰੀ Thank ਮਦਦ you very ਕਰੇਗੀ much. ਪੰਜਾਬ। ਥੈਂਕ ਸਿੱਧੂ ਯੂ ਸਾਹਿਬ, ਮੇਰਾ ਇੱਕ ਬਿਆਨ- ਖੜਿਆਲ ਸਾਹਿਬ ਲਾਸਟ ਕਮੈਂਟ। ਸਿੱਧੂ ਸਾਹਿਬ, ਮੈਂ ਤੇ ਸਪਸ਼ਟ ਕਰਦਾ, ਮੈਨੂੰ ਲੱਗਦਾ ਹੈ ਕਿ ਭਾਰਤੀ ਜਨਤਾ ਪਾਰਟੀ ਨਾਲ ਇੱਕ ਬਾਇਸਡ ਪਰਸਪੈਕਟਿਵ, ਡਿਸਕ੍ਰਿਮੀਨੇਟਰੀ ਪਰਸਪੈਕਟਿਵ ਜਿਹੜਾ ਪੰਜਾਬ ਦੇ ਪ੍ਰਤੀ ਰੱਖ ਰਹੀ ਹੈ। ਮੈਂ ਦੱਸਦਾ ਕਿਉਂ। ਰਿਲੀਫ ਪੈਕੇਜ ਵੀ ਦੋ ਤਰ੍ਹਾਂ ਦੇ ਹੁੰਦੇ ਹੈ, ਇੱਕ ਤਰ੍ਹਾਂ ਦਾ ਨਹੀਂ ਹੁੰਦਾ। ਇਹਨਾਂ ਨੂੰ ਮੈਂ ਦੱਸਦਾ, ਇੱਕ ਰਿਲੀਫ ਪੈਕੇਜ ਹੁੰਦਾ ਜਿਹੜਾ ਅਸੈਸਮੈਂਟ ਕਰਨ ਤੋਂ ਬਾਅਦ ਦਿੰਦੀ ਹੈ ਸੈਂਟਰ। ਇੱਕ ਰਿਲੀਫ ਪੈਕੇਜ ਹੁੰਦਾ ਜਿਹੜਾ ਹੁੰਦਾ ਇਨ ਆਰਡਰ ਟੂ cater to the present needs, ਤਾਂ ਕਿ ਜਿਵੇਂ ਫੋਰ ਐਗਜ਼ਾਮਪਲ ਹੁਣ ਮੀਂਹ ਕੱਲ ਪੈ ਜੇ, ਪਰਸੋਂ ਪੈ ਜੇ, ਚੌਥੇ ਪੈ ਜੇ, ਆਪਣਾ ਪਈ ਜਾਵੇ ਤੇ ਪੰਜਾਬ ਉਹਦੇ ਨਾਲ ਲੜ ਸਕੇ, ਪੰਜਾਬ ਆਪਣੇ ਸੂਬੇ ਨੂੰ ਮੈਨੇਜ ਕਰ ਸਕੇ। ਆਪਾਂ ਜਵਾਬ ਲੈ ਲਈਏ। ਇਹਨਾਂ ਨੇ ਨਾ ਤਾਂ ਇਹਨਾਂ ਨੇ ਦੂਜਾ ਦੇਣ ਦੀ ਗੱਲ ਕੀਤੀ ਹੈ, ਨਾ ਇਹਨਾਂ ਨੇ ਜਿਹੜਾ ਪ੍ਰਾਇਰ ਪੈਕੇਜ ਹੁੰਦਾ ਉਹਦੀ ਗੱਲ ਕੀਤੀ ਵੀ ਅਸੀਂ ਟੈਕਸ ਦਿੰਨੇ ਆ, ਅਸੀਂ ਪੈਸਾ ਦਿੰਨੇ ਆ ਤੇ ਤੁਸੀਂ ਸਾਨੂੰ ਸਾਡੇ ਪੈਸੇ ਤੋਂ ਜਿਹੜਾ ਹੈਗਾ ਦੂਰ ਕਰ ਦਿੰਦੇ ਹੋ, ਵਾਂਝਾ ਕਰ ਦਿੰਦੇ ਹੋ। ਕਪੂਰ ਸਾਹਿਬ ਤੋਂ ਜਵਾਬ ਲੈ ਲਿਓ। ਖੜਿਆਲ ਸਾਹਿਬ ਨੇ ਆਰਡੀਐਫ ਦੀ ਗੱਲ ਕੀਤੀ ਸੀ, ਮੈਂ ਉਹਦਾ ਜਵਾਬ ਦੇ ਦਿਆਂ ਕਿ ਜਦੋਂ ਆਰਡੀਐਫ ਦੇ ਫੰਡ ਦੀ ਅੱਜ ਇਹ ਪ੍ਰੋਬਲਮ ਆਈ ਹੈ ਨਾ, ਕਿ ਇਹਨਾਂ ਦੀ ਸਰਕਾਰ ਦੇ ਕਾਰਨ ਹੀ ਆਈ ਹੈ, ਕਿਉਂਕਿ ਇਹਨਾਂ ਨੇ ਆਰਡੀਐਫ ਦਾ ਪੈਸਾ ਜਿਹੜਾ ਕਿ ਪਿੰਡਾਂ ਦੇ ਵਿੱਚ ਖਰਚ ਹੋਣਾ ਚਾਹੀਦਾ ਸੀ ਪਿੰਡਾਂ ਦੀ ਡਿਵੈਲਪਮੈਂਟ ਵਾਸਤੇ, ਮੈਂ ਕਹਿੰਦਾ ਇਨਕੁਆਇਰੀ ਕਰਾਓ, ਕਰਜ਼ਾ ਉਤਾਰਨ ਲਈ ਇਸਤੇਮਾਲ ਕਰਨ ਦੀ ਗੱਲ ਕਰ ਦਿੱਤੀ, ਔਰ ਉਸ ਕਰਜ਼ੇ ਦੇ ਚੱਕਰ ਮੈਂ ਕਹਿੰਦਾ ਤੁਸੀਂ ਇਨਕੁਆਇਰੀ ਆਰਡਰ ਕੀਤੀ, ਆਰਡੀਐਫ ਦਾ ਮੈਟਰ ਫਸਿਆ ਹੋਇਆ ਹੈ। ਹਵਾਈ ਗੱਲਾਂ ਇੱਥੇ ਭਾਰਤੀ ਜਨਤਾ ਪਾਰਟੀ ਕਰੀ ਹੈ, ਇਨਕੁਆਇਰੀ ਆਰਡਰ ਕਰਦੇ ਖੜਿਆਲ ਰਿਕਾਰਡ ਦੇ ਵਿੱਚ ਹੈਗਾ ਵੈ। ਔਰ ਉਹਦੇ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਨਾ ਆਰਡੀਐਫ ਐਕਟ ਅਮੈਂਡਮੈਂਟ ਕਰਕੇ ਸੈਂਟਰ ਗਵਰਨਮੈਂਟ, ਮੈਂ ਕਹਿੰਦਾ ਤੁਸੀਂ ਇਨਕੁਆਇਰੀ ਆਰਡਰ ਕਰਾਓ। ਮੈਂ ਕਹਿੰਦਾ ਚੈਲੰਜ ਕਰਦਾ ਇਨਕੁਆਇਰੀ ਆਰਡਰ ਕਰਾਓ, ਤੁਸੀਂ ਕਰਨਗੇ ਕੈਬ ਦੀ ਇਨਕੁਆਇਰੀ ਕਰਾਓ, ਡਾਈਵਰਸ਼ਨ ਆਫ ਫੰਡ ਇਨਕੁਆਇਰੀ ਕਰ ਲੈਂਦੇ ਖੜਿਆਲ ਸਾਹਿਬ ਕਿ ਡਾਈਵਰਸ਼ਨ ਆਫ ਫੰਡ ਕਰਕੇ ਆਮ ਆਦਮੀ ਪਾਰਟੀ ਦੀ ਤਰਫ ਨੇ ਆਰਡੀਐਫ ਐਕਟ ਦੇ ਵਿੱਚ ਅਮੈਂਡਮੈਂਟ ਕਰਕੇ ਸੈਂਟਰ ਨੂੰ ਦਿੱਤੀ ਗਈ ਹੈ, ਜਿਹੜੀ ਕਿ ਤੁਹਾਡੀ ਸਰਕਾਰ ਦੇ ਟਾਈਮ ਤੇ ਉਹ ਪੈਸਾ ਡਾਈਵਰਟ ਕੀਤਾ ਗਿਆ, ਜਿਹਦੇ ਕਾਰਨ ਆਰਡੀਐਫ ਦੇ ਫੰਡ ਦੇ ਵਿੱਚ ਐਡੀ ਵੱਡੀ ਪ੍ਰੋਬਲਮ ਆਈ ਹੈ। ਔਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਚਲੋ ਤੁਹਾਡੀ ਗਲਤੀ ਨੂੰ ਕਰੈਕਟ ਕੀਤਾ, ਆਮ ਆਦਮੀ ਪਾਰਟੀ ਦੀ ਸਰਕਾਰ ਨੇ ਤੁਹਾਡੀ ਗਲਤੀ ਨੂੰ ਠੀਕ ਕੀਤਾ, ਜਿਹੜਾ ਕਿ ਤੁਸੀਂ ਪੈਸਾ ਡਾਈਵਰਟ ਕਰ ਦਿੱਤਾ। ਮੈਂ ਕਹਿੰਦਾ ਬੀਜੇਪੀ ਨੇ ਨਾ ਪਹਿਲਾਂ ਸਾਡੇ ਉਹਨੂੰ ਟੈਕਸ ਦੇ ਕੇ ਇਸਤੇਮਾਲ ਕਰ ਦਿੱਤਾ। ਨਹੀਂ ਲੱਗਦਾ ਅੱਗੇ ਮੰਸ਼ਾ ਹੈਗੀ ਹੈ। ਸਿੱਧੂ ਸਾਹਿਬ ਮੈਂ ਇੱਕ ਗੱਲ ਕਹੂੰਗਾ, ਸਾਹਮਣੇ ਆਉਂਦੇ ਹੈਗੇ ਆ ਨਾ, ਉਹ ਅੱਜ ਪੁੱਛੇ ਜਾ ਰਹੇ ਹੈਗੇ, ਫਿਰ ਵੀ ਉਹ ਚੀਜ਼ਾਂ ਨੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਥੈਂਕ ਯੂ ਵੈਰੀ ਮਚ। ਇੱਥੇ ਬੀਜੇਪੀ ਕਿਵੇਂ ਐਕਸਪੋਜ਼ ਹੁੰਦੀ ਹੈ, ਮੈਂ ਤੁਹਾਨੂੰ ਦੱਸਦਾ, ਇੱਕ ਲਾਈਨ 'ਚ ਹੀ ਦੱਸ ਦਿੰਦਾ ਕਿਵੇਂ ਐਕਸਪੋਜ਼ ਹੁੰਦੀ ਹੈ ਬੀਜੇਪੀ। ਇਹਨਾਂ ਨੇ ਦੇਖੋ, ਤੁਸੀਂ ਕਹਿੰਦੇ ਮਿਸਮੈਨੇਜਮੈਂਟ ਹੋਈ ਫੰਡਾਂ ਦੀ, ਆ ਹੋਇਆ ਉਹ ਹੋਇਆ। ਮੈਂ ਕਹਿੰਦਾ ਜੇ 1 ਰੁਪਏ ਦੀ ਵੀ ਮਿਸਮੈਨੇਜਮੈਂਟ ਹੋਈ ਹੈ ਤੇ ਇਨਕੁਆਇਰੀ ਆਰਡਰ ਕਰ ਦਿੰਦੇ। 1.5 ਸਾਲ ਹੋ ਗਿਆ, ਡਾਈਵਰਸ਼ਨ ਆਫ ਫੰਡ ਦੀ ਗੱਲ ਕੀਤੀ ਹੈ, ਤੁਸੀਂ ਕੁਝ ਕੀਤਾ ਹੀ ਕੁਝ ਨਹੀਂ, ਤੁਸੀਂ ਇਨਕੁਆਇਰੀ ਆਰਡਰ ਕਰਦੇ ਨਾ, ਦੇ ਵਿੱਚ ਤੁਸੀਂ ਕੈਗ ਦੀ ਇਨਕੁਆਇਰੀ ਆਰਡਰ ਕਰਦੇ। ਰਿਕਾਰਡ ਦੇ ਵਿੱਚ ਆਪਾਂ ਫਿਰ ਕਿਸੇ ਮੁੱਦੇ ਤੇ ਗੱਲ ਕਰਾਂਗੇ, ਚਰਚਾ ਕਰਾਂਗੇ। ਆਰਡੀਐਫ ਐਕਟ ਦੇ ਵਿੱਚ ਆਮ ਆਦਮੀ ਪਾਰਟੀ ਦੇ ਪੰਜਾਬ ਦੀ ਸਰਕਾਰ ਨੇ ਅਮੈਂਡਮੈਂਟ ਕੀਤੀ ਹੈ, ਕਿਉਂਕਿ ਕਾਂਗਰਸ ਦੇ ਟਾਈਮ ਅੱਜ ਬੀਜੇਪੀ ਐਕਸਪੋਜ਼ ਹੋ ਗਈ ਹੈ। ਸਿੱਧੂ ਸਾਹਿਬ ਨਾ ਪੈਸੇ ਦੇ ਰਹੇ ਹੈ, ਨਾ ਇਨਕੁਆਇਰੀ ਕਰਾ ਰਹੇ ਹੈ, ਨਾ ਪੈਸੇ। ਤੁਹਾਡੀ ਆਰਡੀਐਫ ਦੀ ਗੱਲ ਦਾ ਜਵਾਬ ਦੇ ਰਹੇ ਆ। ਬਹੁਤ ਬਹੁਤ ਧੰਨਵਾਦ ਸਾਰੇ ਮਹਿਮਾਨਾਂ ਦਾ, ਖੜਿਆਲ ਸਾਹਿਬ, ਕਪੂਰ ਸਾਹਿਬ, ਥੈਂਕ ਯੂ ਵੈਰੀ ਮਚ। ਐਕਸਪੋਜ਼ ਹੋ ਗਈ ਕਿ ਨਾ ਪੈਸਾ ਦੇ ਕੇ ਰਾਜ਼ੀ, ਨਾ ਇਨਕੁਆਇਰੀ ਕਰਕੇ ਰਾਜ਼ੀ। ਥੈਂਕ ਯੂ ਵੈਰੀ ਮਚ ਸਾਰੇ ਮਹਿਮਾਨਾਂ ਦਾ, ਬਹੁਤ ਬਹੁਤ ਧੰਨਵਾਦ। ਜਿਸ ਮੁੱਦੇ ਨੂੰ ਆਪਾਂ ਬਹਿਸ ਦਾ ਕੇਂਦਰ ਬਿੰਦੂ ਲਿਆ, ਪੰਜਾਬ ਬਾਰਿਸ਼ ਦੇ ਹੜ੍ਹਾਂ ਕਾਰਨ ਵੱਡੀ ਤਬਾਹੀ ਦਾ ਸਾਹਮਣਾ ਕਰ ਰਿਹਾ ਹੈ। ਪੰਜਾਬ ਸਰਕਾਰ ਹੋਵੇ, ਕੇਂਦਰ ਸਰਕਾਰ ਹੋਵੇ, ਆਪਸ ਵਿੱਚ ਟਕਰਾਅ ਹੋਣੇ ਰਾਜਸੀ ਤੌਰ 'ਤੇ ਵਾਜਬ ਹੈ, ਪਰ ਉਸ ਦਾ ਖਮਿਆਜ਼ਾ ਪੰਜਾਬੀ ਕਿਉਂ ਭੁਗਤਣ? ਵੱਡਾ ਸਵਾਲ। ਇਹ ਸਵਾਲ ਅਸੀਂ ਆਪਣੇ ਮਹਿਮਾਨਾਂ ਦੇ ਨਾਲ ਨਾਲ ਦਰਸ਼ਕਾਂ ਕੋਲੇ ਵੀ ਛੱਡ ਕੇ ਜਾ ਰਹੇ ਹਾਂ। ਆਪਣੇ ਮਹਿਮਾਨਾਂ ਦੇ ਧੰਨਵਾਦੀ ਹਾਂ ਅਤੇ ਇੰਝ ਹੀ ਤੁਹਾਨੂੰ ਵੀ ਆਪਾਂ ਫਤਿਹ ਬੁਲਾਉਂਦੇ ਹਾਂ। ਸਤਿ ਸ੍ਰੀ ਅਕਾਲ।